खालसा वाहिगुरु जी की फतेह। संगत जी जी आया नू वेलकम। पूरे संसार दे विच गुरु नानक सच्चे पातशाह जी का प्रकाश गुरपुरब संगतां मना रही ने। पूरे संसार दे विच कोई वध तो वध नाम जप के, कोई संगत करके, कथा कीर्तन विचारां, कोई इतिहास सुन के, कोई सुना के, अपने परिवारां विच भी संगत विच जाके भी। तो संगत जी गुरु नानक सच्चे पातशाह जी नूं ध्यान दा परसण दा फल किन्ना है। हुण आप जी भी अज संगत असी संगती रूप विच गुरु नानक सच्चे पातशाह जी नूं ਦੀਆਂ ਸਿੱਖਿਆਵਾਂ जो ਸਾਨੂੰ आशीर्वाद ਦਿੱਤੇ ਨੇ ਬਾਣੀ ਵਿੱਚ ਅਸੀਂ ਵਿਚਾਰਾਂ ਕਰਾਂਗੇ। ਫਲ ਪਹਿਲਾਂ ਸੁਣੋ ਕਿੰਨੇ ਨੇ, ਤਾਂ ਕਿ ਇੱਕ ਹਿਰਦਾ ਤਿਆਰ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਜਨਮ ਮਰਨ ਦੁਹ ਥੇ ਰਹਿਓ। ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਪਰਸ਼ ਕਰ ਲੈਂਦਾ ਨਾ, ਹੁਣ ਬਾਣੀ ਵਿੱਚੋਂ ਅਸੀਂ ਸਪਰਸ਼ ਕਰਨਾ ਮਹਾਰਾਜ ਜੀ ਨੂੰ, ਸੋ ਜਨਮ ਮਰਨ ਦੋਨਾਂ ਤੋਂ ਉਹਦਾ ਹਿਸਾਬ ਕਿਤਾਬ ਖਤਮ। ਹੁਣ ਬਾਰ-ਬਾਰ ਜੰਮਦਾ ਮਰਦਾ ਨਹੀਂ। ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ। ਕੁੱਲਾਂ ਦਾ ਹੀ ਉਧਾਰ ਹੋ ਜਾਂਦਾ ਹੈ। ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪਰਸਦਾ ਉਹਦਾ ਆਪਣਾ ਕਲਿਆਣ ਤਾਂ ਹੁੰਦਾ ਹੀ ਹੁੰਦਾ, ਉਹਦੀਆਂ ਕੁੱਲਾਂ ਦਾ ਵੀ। ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੌਰ ਫਿਰ ਜੋਨ ਨਾ ਆਏ। ਫਿਰ ਨਹੀਂ ਦੁਨੀਆ ਚਾਹੁੰਦਾ ਦੁਬਾਰਾ। ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਇੱਥੋਂ ਦਾ ਇੱਥੇ, ਉੱਥੋਂ ਦਾ ਉੱਥੇ। ਸੋ ਇਸ ਲੋਕ ਵਿੱਚ ਵੀ ਮੁਕਤ, ਬੰਧਨਾਂ ਤੋਂ ਮੁਕਤ, ਔਰ ਜਦੋਂ ਦੇਹ ਛੱਡ ਕੇ ਜਾਣਾ ਫਿਰ ਵੀ ਮੁਕਤ। ਇੰਨੇ ਵੱਡੇ ਫਲ ਨੇ। ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਨ ਦੇ ਲਈ, ਕਲਿਆਣ ਦੇ ਵਾਸਤੇ, ਸਾਡੇ ਸਭ ਦੇ ਲਈ ਇਸ ਸੰਸਾਰ ਵਿੱਚ ਆਏ ਨੇ ਸਰੀਰ ਧਾਰਨ ਕਰਕੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਿਰਣੇ ਨੇ ਕਿ ਖੁਦ ਹੀ ਪਰਮਾਤਮਾ ਆਪਣੀਆਂ ਕਲਾ ਧਾਰ ਕੇ ਜਿਹੜਾ ਹੈ ਇਸ ਜੱਗ ਦੇ ਵਿੱਚ ਆਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ। ਤੇ ਕੀ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਲੈਸਿੰਗਸ ਦਿੱਤੀਆਂ ਨੇ ਧੁਰ ਕੀ ਬਾਣੀ ਦੇ ਦੁਆਰਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਬਾਣੀ ਵਿੱਚ ਮਾਰੇ ਨੇ ਸਾਨੂੰ ਕੀ ਸਿੱਖਿਆਵਾਂ ਦਿੱਤੀਆਂ ਨੇ ਜਿਹਦੇ ਨਾਲ ਸਾਡਾ ਕਲਿਆਣ ਹੋ ਸਕੇ। ਥੋੜੇ ਜਿਹੇ ਅੱਜ ਅਸੀਂ ਦਰਸ਼ਨ ਕਰਾਂਗੇ। ਤੇ 3 ਸਿਧਾਂਤ ਤਾਂ ਸਾਨੂੰ ਸਾਰਿਆਂ ਨੂੰ ਪਤਾ। ਸੁੱਚੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਸੁੱਚੀ ਕਿਰਤ ਹੀ ਕਿਉਂ ਕਰਨੀ ਆ? ਕਿਉਂ ਨਾ ਕਰੀਏ ਅਸੀਂ ਬੇਈਮਾਨੀਆਂ, ਠਗੀਆਂ, ਠੋਰੀਆਂ, ਧੋਖੇ ਕਿਉਂ ਨਾ ਕਰੀਏ? ਗੁਰੂ ਮਹਾਰਾਜ ਜੀ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੁਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਇਸ ਤਰ੍ਹਾਂ ਹੈ ਜਿਵੇਂ ਹਿੰਦੂ ਗਾਂ ਖਾ ਲਵੇ, ਉਹ ਖਾਂਦੇ ਨਹੀਂ ਨਾ, ਪੂਜਦੇ ਨੇ, ਤੇ ਮੁਸਲਮਾਨ ਸੂਰ ਨਹੀਂ ਖਾਂਦੇ। ਸੋ ਇਵੇਂ ਹੈ ਪਰਾਇਆ ਹੱਕ ਖਾਣਾ। ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਗੁਰੂ ਪੀਰ ਨੇ ਤਾਂ ਹੀ ਸਾਡੀ ਬਾਂਹ ਪਕੜਨੀ, ਸਾਡੀ ਹਾਮੀ ਤਾਂ ਹੀ ਭਰਨੀ ਹੈ, ਜੀਵ ਆਤਮਾ ਦੀ ਤਾਂ ਹੀ ਰੱਖਿਆ ਕਰਨੀ ਹੈ, ਅਗਰ ਅਸੀਂ ਪਰਾਇਆ ਹੱਕ ਨਹੀਂ ਖਾਵਾਂਗੇ। ਆਪਣੀਆਂ ਮਿਹਨਤਾਂ, ਆਪਣੀਆਂ ਸੁੱਚੀਆਂ ਕਿਰਤ ਕਮਾਈਆਂ ਜਿੰਨਾ ਮਰਜ਼ੀ ਤੁਸੀਂ ਵਰਤੋ। ਸੋ ਔਰ ਕਈ ਵਾਰ ਸੰਸਾਰ ਵਿੱਚ ਕੀ ਕਰਦੇ ਹਾਂ ਅਸੀਂ, ਕਿਸੇ ਦਾ ਲੁੱਟ ਕੇ, ਕਿਸੇ ਨੂੰ ਧੋਖਾ ਦੇ ਕੇ, ਚੀਟਿੰਗ ਕਰਕੇ, ਤੇ ਫਿਰ ਉਹਦਾ ਦਾਨ ਕਰਦੇ ਹਾਂ ਆਪਣੇ ਪਿੱਤਰਾਂ ਦੇ ਨਿਮਿਤ। ਦਾਨ ਲਾ ਦਿੰਦੇ ਆਪਣੇ ਮਾਤਾ ਪਿਤਾ ਦੇ ਲਈ, ਬਜ਼ੁਰਗਾਂ ਦੇ ਲਈ। ਇਹਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਕਹਿੰਦੇ ਜੇ ਮੁਹਾਕਾ ਘਰ ਮੁਹ ਹੈ, ਘਰ ਮੈਂ ਮੋਏ ਪਿਤਰੀ ਦੇ। ਵੀ ਕਿਸੇ ਦਾ ਲੁੱਟ ਕੇ, ਚੋਰੀ ਕਰਕੇ ਆਪਣੇ ਪਿੱਤਰਾਂ ਦੇ ਨਿਮਿਤ ਤੂੰ ਦਾਨ ਕਰਦਾ ਫਿਰਦਾ ਆ, ਅੱਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰੇ। ਕਹਿੰਦੇ ਉਲਟਾ ਕੀ ਹੋਏਗਾ, ਉਹ ਤਾਂ ਪਤਾ ਚੱਲ ਜਾਣਾ ਵੀ ਤੇਰਾ ਨਹੀਂ ਹੈ, ਤਾਂ ਕਿਸੇ ਦਾ ਚੁਰਾਇਆ ਹੋਇਆ। ਔਰ ਤੇਰੇ ਪਿੱਤਰਾਂ ਨੂੰ ਵੀ ਚੋਰ, ਉਹਨਾਂ ਨੂੰ ਵੀ ਕਿਹਾ ਜਾਏਗਾ ਵੀ ਚੋਰੀ ਦਾ ਆ। ਕਰ ਰਹੇ ਸੀ ਵੀ ਉਹਨਾਂ ਦਾ ਕੋਈ ਭਲਾ ਹੋ ਜਾਵੇ, ਉਹਨਾਂ ਨੂੰ ਕੋਈ ਦਾਨ ਪੁੰਨ ਲੱਗ ਜਾਣ। ਪਰ ਪਰਾਏ ਹੱਕ ਦਾ ਚੁਰਾ ਕੇ ਅਗਰ ਉਹਨਾਂ ਦੇ ਲਈ ਅਸੀਂ ਦਾਨ ਪੁੰਨ ਕਰ ਰਹੇ ਹਾਂ, ਉਹ ਵੀ ਚੋਰਾਂ ਵਿੱਚ ਗਿਣੇ ਜਾਣਗੇ। ਤੇ ਮਹਾਰਾਜ ਜੀ ਕਹਿੰਦੇ ਨੇ, ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਸੋ ਜਿਹੜਾ ਵਿਚੋਲਾ ਆ ਉਹਦੇ ਤਾਂ ਹੱਥ ਕੱਟ ਦਿੰਦਾ ਪਰਮਾਤਮਾ। ਵਿਚੋਲਾ ਹੈ ਨਾ, ਕਿਸੇ ਦਾ ਪੈਸਾ ਅਸੀਂ ਚੁਰਾ ਕੇ ਅੱਗੇ ਦੇ ਰਹੇ ਹਾਂ ਮਾਤਾ ਪਿਤਾ ਦੇ ਨਿਮਿਤ। ਸੋ ਉਹ ਪਰਮਾਤਮਾ ਦਾ ਇਹ ਇਨਸਾਫ ਹੈ, ਉਹਦੇ ਹੱਥ ਹੀ ਕੱਟ ਦਿਓ।
ਗੁਰਬਾਣੀ ਦੇ ਨਿਰਣੇ ਨੇ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਗੁਰੂ ਮਹਾਰਾਜ ਜੀ ਕਹਿੰਦੇ ਅੱਗੇ ਤਾਂ ਉਹੀ ਮਿਲਣਾ ਜੋ ਤੁਸੀਂ ਖੁਦ ਆਪਣੀ ਮਿਹਨਤ ਦਾ ਕਰਕੇ ਜਿਹੜਾ ਉਹਨੂੰ ਰੱਜ ਰੱਜ ਕੇ ਵਰਤੋ ਵੀ, ਵੰਡੋ ਵੀ, ਉਹ ਮਿਲੇਗਾ। ਸੋ ਇਤਿਹਾਸ ਵਿੱਚ ਆਪ ਜੀ ਦੇਖੋ, ਇੱਕ ਭਾਈ ਲਾਲੋ, ਇੱਕ ਮਲਕ ਭਾਗੋ। ਭਾਈ ਲਾਲੋ ਸੁੱਕੀ ਕੋਧਰੇ ਦੀ ਰੁੱਖੀ ਮਿੱਸੀ ਰੋਟੀ, ਔਰ ਮਲਕ ਭਾਗੋ ਦੇ 36 ਪ੍ਰਕਾਰ ਦੇ ਭੋਜਨ, ਖੀਰ ਪੂੜੇ। ਉਹ ਇਨਵਾਈਟ ਕਰ ਰਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ। ਹੁਣ ਕਿਸ ਦਾ ਭੋਜਨ ਛਕਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ? ਜਿਸ ਦੀ ਸੁੱਚੀਆਂ ਕਿਰਤ ਕਮਾਈਆਂ ਸੀ ਭਾਈ ਲਾਲੋ ਜੀ ਦਾ। ਖੁਦ ਚੱਲ ਕੇ ਗਏ ਉਹਦੇ ਘਰ ਵਿੱਚ, ਔਰ ਉਹ ਜਿਹੜਾ ਇਨਵਾਈਟ ਕਰ ਰਿਹਾ ਹੈ ਮਲਕ ਭਾਗੋ, ਉੱਥੇ ਗਏ ਜ਼ਰੂਰ ਹੈ, ਲੇਕਿਨ ਉਹਨੂੰ ਦੱਸ ਦਿੱਤਾ ਵੀ ਤੇਰੀ ਰੋਟੀ ਵਿੱਚ, ਤੇਰੇ ਜਿਹੜਾ ਤੂੰ ਲੰਗਰ ਲਾਇਆ ਹੋਇਆ ਨਾ, ਇਹਦੇ ਵਿੱਚ ਲੋਕਾਂ ਦਾ ਰਤ ਹੈ, ਲੋਕਾਂ ਦਾ ਖੂਨ ਆ, ਲੋਕਾਂ ਦੀ ਮਿਹਨਤ ਕਮਾਈ ਕੀਤੀ ਹੋਈ ਆ। ਸੋ ਆਪਣੇ ਹੱਕ ਦਾ ਹੀ ਅਸੀਂ ਖਾਈਏ। ਅਗਰ ਅਸੀਂ ਚਾਹੁੰਦੇ ਹਾਂ ਵੀ ਆ ਸਾਨੂੰ ਫਲ ਸਾਰੇ ਮਿਲ ਜਾਣ, ਅਸੀਂ ਮੁਕਤ ਵੀ ਹੋ ਜਾਈਏ, ਜਨਮ ਮਰਨ ਦੇ ਗੇੜੀਆਂ ਵਿੱਚ ਵੀ ਨਾ ਪਈਏ, ਸਾਡੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਵੇ, ਤਾਂ ਫਿਰ ਇਹ ਵਚਨ ਅਸੀਂ ਕਮਾਈਏ। ਸੁੱਚੀ ਕਿਰਤ। ਦੂਸਰਾ ਹੋ ਗਿਆ ਨਾਮ ਜਪਣਾ। ਨਾਮ ਜਪਣ ਤੇ ਤਾਂ ਗੁਰੂ ਮਹਾਰਾਜ ਨੇ ਬਹੁਤ ਹੀ ਜ਼ੋਰ ਦਿੱਤਾ ਹੈ। ਸੋ ਜਿੱਥੇ ਮਹਾਰਾਜ ਦੀ ਜਪਜੀ ਸਾਹਿਬ ਦੀ ਬਾਣੀ ਆ, ਪਹਿਲਾਂ ਹੀ ਗੁਰੂ ਮਹਾਰਾਜ ਕਹਿੰਦੇ ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਪਰਮਾਤਮਾ ਨੂੰ ਜਪ ਜਿਹੜਾ ਸ਼ੁਰੂ ਤੋਂ ਹੀ ਸੀ, ਹਮੇਸ਼ਾ ਹੀ ਰਹੇਗਾ, ਔਰ ਅੱਜ ਵੀ ਹੈ। ਤੇ ਜਿਨੀ ਨਾਮ ਤੇ ਆਇਆ, ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਹੜੇ ਨਾਮ ਧਿਆਉਂਦੇ ਨੇ, ਜਿਨ੍ਹਾਂ ਨੇ ਧਿਆ ਲਿਆ, ਉਹ ਘਾਲਣਾ ਘਾਲ ਗਏ ਆਪਣੇ ਜੀਵਨ ਦੀ। ਉਹਨਾਂ ਦੇ ਆਪਣੇ ਮੁਖ ਵੀ ਉਜਲੇ ਹੋ ਗਏ, ਕਿੰਨਿਆਂ ਨੂੰ ਮੁਕਤ ਕਰਾ ਕੇ ਉਹ ਨਾਲ ਲੈ ਕੇ, ਕਿੰਨਿਆਂ ਨੂੰ ਮੁਕਤ ਕਰ ਦਿੱਤਾ ਉਹਨਾਂ ਨੇ। ਕਿਉਂਕਿ ਆਪਣਾ ਜੀਵਨ ਉਹੋ ਜਿਹਾ ਸੀ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਉੱਤੇ ਵੀ ਅਸਰ ਹੋ ਗਿਆ। ਇਹ ਤਾਂ ਹੋ ਗਿਆ ਸਾਡਾ ਮਨ ਮੁਕਤ ਹੋ ਜਾਏਗਾ, ਐਡੀ ਵੱਡੀ ਅਵਸਥਾ ਨਾਮ ਜਪਣ ਨਾਲ ਮਿਲ ਜਾਏਗੀ। ਪਰ ਗਿਆ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮੈ ਕੇ ਰੰਗ। ਕਿਉਂਕਿ ਨਾਮ ਦੇ ਰੰਗ ਵਿੱਚ ਸਾਡੀਆਂ ਮੈਲਾਂ ਧੋਤੀਆਂ ਜਾਣੀਆਂ ਨੇ। ਪਰ ਸੰਸਾਰਿਕ ਫਾਇਦੇ ਵੀ ਸਾਨੂੰ ਬਹੁਤ ਨੇ। ਮਹਾਰਾਜ ਕਹਿੰਦੇ ਨਾ ਹੀ ਸੁਣੀਏ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਇਨਾਮ ਦੀਆਂ ਬਰਕਤਾਂ ਨੇ। ਸਭ ਸਿੱਧ ਹੈ ਮਤਲਬ ਸਾਰੇ ਕਾਰਜ ਸਫਲ, ਸਿੱਧੀਆਂ, ਕਰਾਮਾਤੀ ਸ਼ਕਤੀਆਂ, ਰਿੱਧ ਪਿੱਛੇ ਆਵੇ, ਬਰਕਤਾਂ ਆ ਜਾਂਦੀਆਂ ਨੇ। ਨਾ ਹੀ ਸੁਣੀਏ ਨੌ ਨਿੱਧ ਮਿਲੇ, ਮਨ ਚਿੰਦਿਆ ਪਾਵੇ। ਨਾ ਸੁਣਨ ਦੇ ਨਾਲ 9 ਖਜ਼ਾਨੇ ਮਿਲ ਜਾਂਦੇ ਨੇ, ਵੱਡੇ ਖਜ਼ਾਨੇ ਜਿਹੜੇ ਸੰਸਾਰ ਦੇ ਗਿਣੇ ਹੋਏ ਨੇ। ਔਰ ਸਭ ਤੋਂ ਉੱਤਮ ਖਜ਼ਾਨਾ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਅੰਦਰੋਂ ਹੀ ਨਾਮ ਜਾਗਰਤ ਹੋ ਜਾਂਦਾ ਹੈ। ਮਨ ਚਿੰਦਿਆ ਪਾਵੇ। ਸੋ ਮਨ ਇੱਛਤ ਫਲ ਬੰਦਾ ਪਾ ਲੈਂਦਾ, ਇੱਛਾ ਪੂਰੀਆਂ ਹੋ ਜਾਂਦੀਆਂ ਨੇ ਨਾਮ ਦੇ ਨਾਲ। ਨਾ ਹੀ ਸੁਣੇ ਸੰਤੋਖ ਹੋਏ, ਕਵਲਾ ਚਰਨ ਤੇ ਆਵੇ। ਨਾਮ ਸੁਣਨ ਦੇ ਨਾਲ ਕੀ ਹੁੰਦਾ? ਅੰਦਰ ਸਬਰ ਸੰਤੋਖ ਆ ਜਾਂਦਾ ਹੈ। ਕਿੱਡੀ ਵੱਡੀ ਅਵਸਥਾ ਹੈ। ਜਦ ਤੱਕ ਸੰਤੋਖ ਨਹੀਂ, ਉਦੋਂ ਹੀ ਬੰਦਾ ਸ਼ਾਂਤ ਰਹਿੰਦਾ ਹੈ। ਜਿਹਨੂੰ ਸੰਤੋਖ ਆ ਜਾਂਦਾ, ਬਹੁਤ ਉੱਚੀ ਅਵਸਥਾ ਹੈ। ਔਰ ਕਵਲਾ ਚਰਨ ਤੇ ਆਵੇ, ਹੁਣ ਉਹ ਸੰਤੋਖੀ ਹੁੰਦਾ ਹੈ, ਪਰ ਮਾਇਆ ਉਹਦੀ ਦਾਸੀ ਬਣ ਜਾਂਦੀ ਹੈ। ਇਹ ਨਾਮ ਦੀਆਂ ਬਰਕਤਾਂ ਨੇ। ਨਾ ਹੀ ਸੁਣੇ ਸਹਿਜ ਉਪਜੈ, ਸਹਿਜੇ ਸੁਖ ਪਾਵੈ। ਨਾਮ ਦੇ ਨਾਲ ਹੋਰ ਕੀ ਹੁੰਦਾ? ਸਟੇਬਲ ਹੋ ਜਾਂਦਾ, ਇੱਕ ਬੈਲੈਂਸ ਆ ਜਾਂਦਾ, ਸਹਿਜ ਅਵਸਥਾ ਦਾ ਮਾਲਕ ਹੋ ਜਾਂਦਾ, ਔਰ ਸੁਖੈਨ ਹੀ ਸੁਖੀ ਵਸਣ ਲੱਗ ਜਾਂਦਾ। ਜਿਹੜਾ ਅੰਦਰੋਂ ਸਟੇਬਲ ਹੈ, ਸਹਿਜ ਅਵਸਥਾ ਵਿੱਚ ਸੁਖੀ ਵਸੇਗਾ। ਨਾਮ ਦੀਆਂ ਬਰਕਤਾਂ ਨੇ। ਗੁਰਮਤੀ ਨਾਉ ਪਾਈਏ, ਨਾਨਕ ਗੁਣ ਗਾਵੇ। ਲੇਕਿਨ ਗੁਰੂ ਦੀ ਮੱਤ ਦੇ ਨਾਲ ਨਾਉ ਪਾਇਆ ਜਾਂਦਾ। ਕਿਉਂਕਿ ਅਸੀਂ ਨਾਮ ਤਾਂ ਜਪ ਲਵਾਂਗੇ, ਬਾਕੀ ਅਗਰ ਸਿਧਾਂਤਾਂ ਦੇ ਨਾਲ ਨਾਲ ਨਹੀਂ ਚੱਲਾਂਗੇ, ਫਿਰ ਉਹ ਜਿਹੜਾ ਅੰਦਰੋਂ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਹੈ, ਉਹ ਪ੍ਰਗਟ ਨਹੀਂ ਹੋਣਾ। ਸੋ ਗੁਰੂ ਦੀ ਮੱਤ ਮੁਤਾਬਕ ਬਾਕੀ ਜੀਵਨ ਵੀ ਜੀਣਾ, ਫਿਰ ਨਾਮ ਵੀ ਜਪਣਾ, ਫਿਰ ਸਾਡਾ ਕਲਿਆਣ ਹੋਵੇਗਾ। ਤੋ ਅਗਲਾ ਸਿਧਾਂਤ ਸੱਚੀ ਕਿਰਤ ਹੋ ਗਿਆ, ਨਾਮ ਜਪਣਾ, ਵੰਡ ਕੇ ਛਕਣਾ ਆ ਗਿਆ। ਸੋ ਇਸ ਕਰਕੇ ਦਸਵੰਧ ਕੱਢਣ ਦਾ ਵੀ ਸਿੱਖ ਧਰਮ ਵਿੱਚ ਕਾਨੂੰਨ ਬਣਿਆ ਹੈ, ਸਿਧਾਂਤ ਬਣਿਆ ਹੈ। ਸੋ ਵੰਡ ਕੇ ਛਕਣ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਆਪਣੀ ਸੁੱਚੀਆਂ ਕਿਰਤ ਕਮਾਈਆਂ ਕਰਕੇ, ਮਿਹਨਤ ਕਰਕੇ, ਉਹਦੇ ਵਿੱਚੋਂ ਕੁਝ ਵੰਡੋ। ਜਿਹੜਾ ਇਸ ਤਰ੍ਹਾਂ ਕਰਦਾ ਆ, ਉਹਨੇ ਤਾਂ ਅਸਲੀ ਰਾਹ ਹੀ ਪਛਾਣ ਲਿਆ ਆਪਣੇ ਕਲਿਆਣ ਦਾ। ਗੁਰੂ ਮਹਾਰਾਜ ਕਹਿੰਦੇ ਨੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜਿਹੜਾ ਆਪਣੇ ਸਰੀਰ ਵਿੱਚ ਰਹਿੰਦਿਆਂ ਪੁੰਨ ਦਾਨ ਕਰਦਾ ਹੈ। ਪੁੰਨ ਹੁੰਦਾ ਨੇਕ ਕਰਮ ਕਰਨੇ, ਦਾਨ ਹੁੰਦਾ ਦੇਣਾ। ਸੋ
ਜਿਹੜਾ ਇਹ ਕੰਮ ਕਰਦਾ ਹੈ ਸੋ ਗਿਰਹੀ ਗੰਗਾ ਕਾ ਨੀਰ, ਉਹ ਗ੍ਰਸਤੀ ਤਾਂ ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਜਾਂਦਾ ਹੈ। ਸੋ ਵੰਡਣ ਨੂੰ ਅਗਰ ਅਸੀਂ ਹੋਰ ਲਈਏ ਨਾ ਤਾਂ ਰਿਵਰਸ ਪ੍ਰੋਸੈਸ ਸਾਡਾ ਜਿਹੜਾ ਚਾਲੂ ਹੋ ਜਾਂਦਾ ਹੈ। ਕਿ ਵੰਡਣ ਦੇ ਨਾਲ ਸਾਡੇ ਕਰਜ਼ੇ ਹੀ ਲੈਂਦੇ ਨੇ, ਪਤਾ ਨਹੀਂ ਕਿਦਾ ਕਿਦਾ ਅਸੀਂ ਕਿੰਨੇ ਕਿੰਨੇ ਜਨਮਾਂ ਦਾ ਲਿਆ ਹੋਇਆ, ਸਾਨੂੰ ਯਾਦ ਨਹੀਂ ਆ, ਪਰ ਪਤਾ ਨਹੀਂ ਕਿਸ ਕਿਸ ਦਾ ਲਿਆ। ਚਲੋ ਥੋੜ੍ਹਾ ਜਿਹਾ ਆਪਣੇ ਬਚਪਨ ਵਿੱਚ ਹੀ ਚਲੇ ਜਾਓ। ਸਾਨੂੰ ਮਾਤਾ ਪਿਤਾ ਨੇ ਪੈਦਾ ਕੀਤਾ, ਸਾਡੀ ਇੰਨੀ ਸੇਵਾ ਸੰਭਾਲ ਕੀਤੀ, ਸਾਡੇ ਦਾਦੀਆਂ ਦਾਦੇ ਨਾਨੀਆਂ ਨਾਨੇ ਸਭ ਨੇ ਥੋੜ੍ਹਾ ਥੋੜ੍ਹਾ ਸਹਿਯੋਗ ਵਿੱਚ ਦਿੱਤਾ ਹੋਏਗਾ। ਹੋਰ ਰਿਸ਼ਤੇਦਾਰ ਮਿੱਤਰ ਆਂਢੀ ਗੁਆਂਢੀ, ਸਾਡੇ ਸਕੂਲਸ ਜਿੱਥੇ ਅਸੀਂ ਪੜ੍ਹਾਈਆਂ ਕੀਤੀਆਂ, ਇੰਨਾ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚ। ਅੱਜ ਅਸੀਂ ਜਿੱਥੇ ਵੀ ਪਹੁੰਚੇ ਹਾਂ, ਕਿੰਨਿਆਂ ਦਾ ਸਹਿਯੋਗ ਹੈ ਸਾਡੇ ਜੀਵਨ ਦੇ ਵਿੱਚ ਕਿ ਅਸੀਂ ਪਰਤ ਕੇ ਉਹਨਾਂ ਲਈ ਇੰਨਾ ਕੁਝ ਕਰ ਪਾਏ। ਜ਼ਿੰਦਗੀ ਮੌਕਾ ਹੀ ਨਹੀਂ ਦਿੰਦੀ ਕਈ ਵਾਰ, ਉਹ ਕਿਤੇ ਹੋਰ ਰਹਿ ਜਾਂਦੇ ਨੇ, ਅਸੀਂ ਕਿਤੇ ਹੋਰ, ਔਰ ਕੀ ਅਸੀਂ ਕਰ ਪਾਏ ਉਹਨਾਂ ਲਈ ਕੁਝ? ਇਹ ਵੀ ਜਨਮਾਂ ਜਨਮਾਂ ਦੇ ਸਾਡੇ ਉੱਤੇ ਪਤਾ ਨਹੀਂ ਕਿੰਨੇ ਕਰਜ਼ੇ ਚੜੇ ਪਏ ਨੇ। ਹੁਣ ਪ੍ਰਕਿਰਤੀ ਨੂੰ ਲੈ ਲਓ, ਧਰਤੀ ਦੇ ਉੱਤੇ ਅਸੀਂ ਚੱਲਦੇ ਫਿਰਦੇ ਹਾਂ, ਅਸੀਂ ਕੀ ਦਿੰਦੇ ਹਾਂ ਧਰਤੀ? ਹਵਾ ਅਸੀਂ ਦੂਸ਼ਿਤ ਕਰ ਦਿੱਤੀ, ਪਾਣੀ ਅਸੀਂ ਗੰਦੇ ਕਰ ਦਿੱਤੇ, ਫਿਰ ਵੀ ਸਾਨੂੰ ਦੇਈ ਜਾ ਰਹੇ ਨੇ। ਅਗਨੀ ਦੇ ਰਹੀ, ਆਕਾਸ਼ ਤੱਤ ਦੇ ਰਿਹਾ, ਸਾਰਾ ਸੌਰ ਮੰਡਲ ਸਭ ਸਾਨੂੰ ਇਹ ਦੇ ਰਹੇ। ਚੰਦਰਮਾ ਦੀਆਂ ਕਿਰਨਾਂ ਦਾ ਆਪਣਾ ਸਾਡੇ ਜੀਵਨ ਤੇ ਪ੍ਰਭਾਵ ਹੈ, ਸੂਰਜ ਦਾ ਆਪਣਾ ਹੈ, ਪ੍ਰਕਿਰਤੀ ਤੇ ਬਨਸਪਤੀ ਤੇ, ਇਹ ਸਭ ਸਾਨੂੰ ਦੇ ਰਹੇ ਨੇ। ਜਦੋਂ ਅਸੀਂ ਕੁਝ ਦਿੰਦੇ ਹਾਂ, ਉਹ ਸਮਝ ਲਓ ਅਸੀਂ ਕੁਛ ਨਾ ਕੁਛ, ਅਸੀਂ ਵੀ ਇੱਕ ਤਾਂ ਉਹਦਾ ਹਿੱਸਾ ਬਣ ਜਾਂਦੇ ਹਾਂ ਦੇਣ ਵਾਲਿਆਂ ਵਿੱਚ, ਕਿਉਂਕਿ ਪਰਮਾਤਮਾ ਦਾ ਸੁਭਾਅ ਹੈ, ਉਹ ਦਾਤਾ ਹੈ। ਦੂਸਰਾ ਸਾਡੇ ਕਰਜ਼ੇ ਹੀ ਲੈਂਦੇ ਨੇ, ਔਰ ਰੋਗ ਵੀ ਨਿਕਲਦੇ ਨੇ। ਕਿਉਂਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਨਾ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ, ਜਿਹੜੇ ਆਪਣੇ ਸਰੀਰ ਵਿੱਚ ਰਹਿੰਦੇ ਆ ਦਾਨ ਪੁੰਨ ਕਰਦਾ ਹੈ, ਉਹ ਤਾਂ ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਜਾਂਦਾ ਹੈ। ਉਹਦੀਆਂ ਮੈਲਾਂ ਵੀ ਸਾਫ਼ ਹੁੰਦੀਆਂ ਨੇ ਵੰਡਣ ਦੇ ਨਾਲ। ਸੋ ਵੰਡਦੇ ਰਹੋ ਸੰਗਤ ਜੀ, ਜਿੰਨਾ ਵੰਡ ਸਕਦੇ ਹੋ। ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਜਾ ਜਾ ਕੇ ਗਏ, ਜਿਨ੍ਹਾਂ ਨੇ ਇੰਨਾ ਪੈਸਾ ਜਮ੍ਹਾਂ ਕੀਤਾ ਹੋਇਆ ਸੀ। ਸੇਠ ਦੁਨੀ ਚੰਦ, ਕਾਰੂ ਬਾਦਸ਼ਾਹ, ਇਹਨਾਂ ਕੋਲ ਤਾਂ ਬਹੁਤ ਜ਼ਿਆਦਾ ਖਜ਼ਾਨੇ ਸੀ, ਐਡੇ ਐਡੇ ਜਮ੍ਹਾਂ ਕੀਤੇ ਸੀ। ਗੁਰੂ ਮਹਾਰਾਜ ਜੀ ਇਹਨਾਂ ਦਾ ਕਲਿਆਣ ਕਰਨ ਦੇ ਲਈ ਗਏ ਨੇ, ਇਹਨਾਂ ਨੂੰ ਵੰਡਣਾ ਸਿਖਾਇਆ ਕਿ ਆਪਣੀ ਜ਼ਰੂਰਤਾਂ ਦਾ ਰੱਖੋ ਤੁਸੀਂ ਖੁੱਲਾ, ਬਾਕੀ ਵੰਡੋ, ਤੁਹਾਨੂੰ ਵੀ ਪੁੰਨ ਆਣਗੇ, ਤੁਹਾਡਾ ਵੀ ਕਲਿਆਣ ਹੋਵੇਗਾ। ਤੋ ਅਗਲਾ ਸਿਧਾਂਤ ਹੈ ਸੰਗਤ ਜੀ, ਐਕਸੈਪਟੈਂਸ, ਭਾਣਾ ਮੰਨਣਾ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ। ਸੋ ਇਹਦੇ ਲਈ ਗੁਰੂ ਮਹਾਰਾਜ ਜੀ ਬਾਣੀ ਵਿੱਚ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ, ਇਹ ਜੀਵ ਆਤਮਾ, ਅਗਰ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਸਾਡਾ ਮਕਸਦ ਹੀ ਇਹੀ ਹੈ ਨਾ, ਅਸੀਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀਆ, ਗੋਬਿੰਦ ਜੀ ਨੂੰ ਮਿਲਣ ਦੇ ਲਈ ਆਏ ਹਾਂ। ਮਹਾਰਾਜ ਕਹਿੰਦੇ ਅਗਰ ਤੂੰ ਗੋਬਿੰਦ ਜੀ ਨੂੰ ਮਿਲਣਾ ਹੈ, ਤਾਂ ਜਿਹੜੀਆਂ ਤੁਹਾਨੂੰ ਮੈਲਾਂ ਚੜੀਆਂ ਨੇ, ਕੂੜ ਦੀਆਂ ਮੈਲਾਂ, ਇਹ ਉਤਾਰ ਕੇ ਅਗਰ ਤੂੰ ਸਚਿਆਰ ਬਣਨਾ ਚਾਹੁੰਦੀ ਹੈ, ਫਿਰ ਕਿਵੇਂ ਹੋ ਸਕੇਗੀ? ਮਹਾਰਾਜ ਕਹਿੰਦੇ ਨੇ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਭਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਫਿਰ ਤੂੰ ਰੱਬ ਦੀ ਰਜ਼ਾ ਵਿੱਚ ਰਾਜੀ ਹੋ ਜਾ, ਫਿਰ ਉਹਦੇ ਭਾਣੇ ਵਿੱਚ ਆ ਜਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਪਰਮਾਤਮਾ ਨੂੰ ਕਹਿ ਦਿੱਤਾ ਕਿ ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਹੈ। ਸਾਨੂੰ ਵੀ ਕਹਿੰਦੇ ਨੇ ਤੁਸੀਂ ਵੀ ਇਵੇਂ ਹੀ ਚੱਲੋ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ, ਜੋ ਤੁਹਾਨੂੰ ਚੰਗਾ ਲੱਗਦਾ ਉਹੀ ਚੰਗਾ ਹੈ। ਸੋ ਗੁਰੂ ਮਹਾਰਾਜ ਜੀ ਕਹਿੰਦੇ ਨੇ, ਰੱਬ ਦੀ ਰਜ਼ਾ ਵਿੱਚ ਰਾਜੀ ਰਹੋ। ਕੀ ਫਲ ਮਿਲਣਗੇ? ਹੁਕਮ ਮੰਨਿਆ ਹੋਵੇ ਪਰਮਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਪਰਮਾਨ ਹੋ ਜਾਵਾਂਗੇ ਪਰਮਾਤਮਾ ਦੇ ਦਰ ਦੇ ਉੱਤੇ, ਪਰਮਾਤਮਾ ਦਾ ਦਰ ਘਰ ਹੀ ਪਾਲਵਾਂਗੇ, ਮਿਲਾਪ ਹੋ ਜਾਏਗਾ ਪਰਮਾਤਮਾ ਦੇ ਨਾਲ। ਸੋ ਸੰਗਤ ਜੀ, ਸਵੀਕਾਰ ਕਰਨ ਦੇ ਲਈ, ਐਕਸੈਪਟੈਂਸ ਵਾਸਤੇ, ਜਿਸ ਤਰ੍ਹਾਂ ਦੇ ਵੀ ਸਾਨੂੰ ਹਾਲਾਤ ਪਰਿਸਥਿਤੀਆਂ ਮਿਲੇ ਨੇ ਜੀਵਨ ਵਿੱਚ, ਕਦੀ ਦੁੱਖ ਆਉਣਗੇ, ਕਦੀ ਸੁੱਖ ਆਉਣਗੇ, ਕਦੀ ਮਾਨ ਵਡਿਆਈਆਂ ਮਿਲ ਸਕਦੀਆਂ ਨੇ, ਕਦੀ ਕੋਈ ਸਾਡਾ ਅਪਮਾਨ ਕਰ ਸਕਦਾ ਹੈ, ਕਦੀ ਪ੍ਰੋਫਿਟ, ਕਦੀ ਲਾਸ, ਕਦੀ ਜੰਮਣਾ, ਕਦੀ ਮਰਨਾ, ਕਦੀ ਰੋਗ, ਕਦੀ ਸੋਗ, ਕਦੀ ਖੁਸ਼ੀਆਂ, ਇਹ ਆਵੇਗਾ, ਸਭ ਦੇ ਆਉਂਦਾ ਹੈ, ਸਭ ਦੇ ਆਉਂਦਾ ਰਹਿੰਦਾ ਹੈ। ਸੋ ਜਿਸ ਤਰ੍ਹਾਂ ਦੀ ਹਾਲਾਤ ਪਰਿਸਥਿਤੀਆਂ ਪਰਮਾਤਮਾ ਨੇ ਸਾਨੂੰ ਦਿੱਤੇ ਨੇ, ਉਹਨਾਂ ਹਾਲਾਤ ਪਰਿਸਥਿਤੀਆਂ ਨੂੰ ਸਵੀਕਾਰ ਕਰ ਲੈਣਾ।
ਨਾ ਕਿ ਸ਼ਿਕਾਇਤਾਂ ਕਰੀ ਜਾਣੀਆਂ, ਰੱਬਾ ਅਸੀਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਫਿਰ ਮੇਰੇ ਨਾਲ ਇਹ ਕਿਉਂ ਹੋ ਗਿਆ। ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਸਵੀਕਾਰ ਕਰੋ। ਇਹਦੇ ਉੱਤੇ ਬੜੀਆਂ ਰਿਸਰਚਸ ਹੋਈਆਂ ਨੇ, ਬੰਦਾ ਆਪਣੇ ਆਪ ਨੂੰ ਨਹੀਂ ਐਕਸੈਪਟ ਕਰ ਰਿਹਾ। ਕੋਈ ਕਹਿੰਦਾ ਮੈਨੂੰ ਛੋਟਾ ਬਣਾਤਾ ਰੱਬ ਨੇ, ਕੋਈ ਕਹਿੰਦਾ ਮੈਂ ਜ਼ਿਆਦਾ ਹੀ ਲੰਬਾ ਆ, ਕੋਈ ਕਹਿੰਦਾ ਮੇਰੀ ਸ਼ਕਲ ਨਹੀਂ ਸੋਹਣੀ, ਕੋਈ ਕਹਿੰਦਾ ਮੇਰੇ ਦੰਦ ਨਹੀਂ ਸੋਹਣੇ। ਆਪਣੇ ਆਪ ਨੇ ਆਪਣੀ ਪਹਿਲਾਂ ਆਪਣੀ ਬੋਡੀ ਨੂੰ ਨਹੀਂ ਸਵੀਕਾਰ ਕਰ ਰਹੇ ਸੀ। ਜਿਸ ਤਰ੍ਹਾਂ ਦਾ ਸਾਨੂੰ ਰੱਬ ਨੇ ਬਣਾਇਆ ਹੈ, ਅਸੀਂ ਯੂਨੀਕ ਹਾਂ, ਬਹੁਤ ਹੀ ਸੁੰਦਰ ਹਾਂ। ਫਿਰ ਆਪਣੀਆਂ ਆਦਤਾਂ ਜਿਹੜੀਆਂ ਨੇ ਉਹ ਹੋ ਸਕਦਾ ਸਾਡੀਆਂ ਗੁਰਬਾਣੀ ਦੇ ਆਸ਼ੇ ਅਨੁਸਾਰ ਨਾ ਹੋਣ, ਅਸੀਂ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸੰਗਤ ਕਰਕੇ ਮੈਲਾਂ ਉਤਾਰਨੀਆਂ ਨੇ, ਨਾ ਕਿ ਉਹ ਗਿਲਟ ਵਿੱਚ ਜਾਈ ਜਾਣਾ ਮੈਂ ਤਾਂ ਇਦਾਂ ਦਾ, ਮੈਂ ਤਾਂ ਇਹ ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਜੋ ਹੈਗੇ ਪਹਿਲਾਂ ਸਵੀਕਾਰ ਕਰੋ, ਫਿਰ ਆਪਣੀ ਯਾਤਰਾ ਦੇ ਉੱਤੇ ਨਿਕਲੋ। ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਵੀਕਾਰ ਕਰੋ ਜਿਸ ਤਰ੍ਹਾਂ ਦੇ ਵੀ ਨੇ। ਅਸੀਂ ਕਹਿੰਦੇ ਦੂਸਰਿਆਂ ਦੇ ਮਾਤਾ ਪਿਤਾ ਜ਼ਿਆਦਾ ਵਧੀਆ, ਭਾਈ ਸਾਨੂੰ ਇਹੀ ਮਿਲੇ ਨੇ, ਉਹਨਾਂ ਦਾ ਤਾਂ ਅਸੀਂ ਦੇਣਾ ਹੀ ਨਹੀਂ ਦੇ ਸਕਦੇ। ਜੋ ਵੀ ਸਾਡੇ ਰਿਸ਼ਤੇਦਾਰ ਮਿੱਤਰ ਸਭ ਬਿਨਾਂ ਕਾਰਨ ਕੋਈ ਨਹੀਂ ਮਿਲਿਆ। ਮਾਤ ਪਿਤਾ ਵਨਿਤਾ ਸੁਤ ਬੰਧਪ इष्ट मीत और भाई पूर्व जन्म के मिले संजोगी अंते को ना सहाय। ये सारे रिश्ते मित्र जो भी ने ना, माता पिता भैन भरा पति पत्नी संतान, ये सारे पूर्वले जन्मां दे साडे कर्मां दे लेने देने पए ने, अंते को ना सहाय। फिर किसी ने सहाय नहीं होना, इन्हां नूं एक्सैप्ट करिए जिहो जे भी ने। फिर जिथे असीं जिस देश विच पैदा होए ਉਹਨੂੰ ਵੀ ਸਵੀਕਾਰ ਕਰੀਏ, ਜਿੱਥੇ ਪਹੁੰਚਾ ਦਿੱਤਾ ਸਾਨੂੰ ਰੱਬ ਨੇ ਉੱਥੇ ਵੀ ਸਵੀਕਾਰ, ਜੋ ਵੀ ਜ਼ਿੰਦਗੀ ਵਿੱਚ ਮਿਲ ਰਿਹਾ ਹੈ ਉਹਨੂੰ ਖਿੜੇ ਮੱਥੇ ਸਵੀਕਾਰ ਕਰਨਾ। ਇਹਦੇ ਲਈ 3 ਚੀਜ਼ਾਂ ਦੇ ਉੱਤੇ ਫੋਕਸ ਕਰਨਾ ਹੁੰਦਾ ਹੈ, ਵਿਅਕਤੀ ਵਸਤੂ ਪਰਿਸਥਿਤੀ। ਸੋ ਸਭ ਤੋਂ ਪਹਿਲਾਂ ਤਾਂ ਇਹ ਤਾਂ ਸਾਨੂੰ ਮਿਲਣਾ ਹੀ ਹੈ ਨਾ, ਵਿਅਕਤੀ ਜਨਮ ਲੈਂਦੇ ਆ ਸਾਨੂੰ ਮਾਤਾ ਪਿਤਾ ਵਿਅਕਤੀ ਮਿਲਦੇ ਨੇ, ਇਹ ਸਾਡੇ ਰਿਸ਼ਤੇਦਾਰ ਮਿਲਦੇ ਨੇ, ਫਿਰ ਸੁਸਾਇਟੀ ਮਿਲਦੀ ਹੈ, ਇਹ ਤਾਂ ਮਿਲਣੇ ਨੇ ਜਿੱਥੇ ਵੀ ਅਸੀਂ ਜਾਵਾਂਗੇ। ਜੋ ਜਿਸ ਤਰ੍ਹਾਂ ਦਾ ਹੈ ਉਸਨੂੰ ਉਸੇ ਤਰ੍ਹਾਂ ਹੀ ਸਵੀਕਾਰ ਕਰੋ। ਦੂਸਰਾ ਵਸਤੂ, ਵਰਤਣ ਲਈ ਜੋ ਸਾਨੂੰ ਮਿਲਦਾ ਹੈ ਆਪਣੀ ਮਿਹਨਤ ਕਰਕੇ, ਦੂਸਰਿਆਂ ਕੋਲ ਸਾਡੇ ਤੋਂ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ, ਇਸ ਕੋ ਘੱਟ ਵੀ ਹੋ ਸਕਦਾ, ਜੋ ਸਾਨੂੰ ਮਿਲਿਆ ਉਹਨੂੰ ਖਿੜੇ ਮੱਥੇ ਸਵੀਕਾਰ ਕਰੇ। ਤੀਸਰਾ ਪਰਿਸਥਿਤੀ ਸਰਕਮਸਟੈਂਸਸ, ਇਹ ਨਿਤ ਨਿਤ ਬਦਲਦੇ ਨੇ, ਨਵੇਂ ਆਈ ਜਾਂਦੇ ਨੇ, ਜੋ ਵੀ ਮਿਲਦੇ ਨੇ ਉਹਨਾਂ ਨੂੰ ਸਵੀਕਾਰ ਕਰੀਏ। ਤਾਂ ਇਹ ਫਿਰ ਇਸ ਤਰ੍ਹਾਂ ਅਸੀਂ ਜਦੋਂ ਸਵੀਕਾਰ ਕਰਨਾ ਸ਼ੁਰੂ ਕਰਾਂਗੇ ਨਾ, ਫਿਰ ਸਾਡਾ ਕਨੈਕਸ਼ਨ ਜੁੜ ਜਾਏਗਾ ਵਾਹਿਗੁਰੂ ਜੀ ਦੇ ਨਾਲ। ਤੋ ਅਗਲਾ ਸਿਧਾਂਤ ਗੁਰੂ ਮਹਾਰਾਜ ਜੀ ਨੇ ਕਰਮ ਸਿਧਾਂਤ ਸਾਨੂੰ ਦੱਸਿਆ। ਇਹਦੇ ਉੱਤੇ ਗੁਰਬਾਣੀ ਵਿੱਚ ਬਹੁਤ ਜ਼ੋਰ ਦਿੱਤਾ ਹੈ, ਔਰ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਸਮਝਾਇਆ, ਭਾਈ ਆਪਣੇ ਕਰਮਾਂ ਦੇ ਬੀਜ ਤੁਸੀਂ ਠੀਕ ਬੀਜੋ। ਸਾਰੇ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਸੋ ਪੁੰਨ ਪਾਪ ਕੋਈ ਕਹਿਣ ਦੀਆਂ ਗੱਲਾਂ ਨਹੀਂ। ਸ਼ੁਭ ਕਰਮ ਕਰੋਗੇ ਪੁੰਨ ਹੋ ਜਾਣਗੇ, ਮਾੜੇ ਕਰਮ ਕਰੋਗੇ ਪਾਪ ਬਣ ਜਾਣਗੇ, ਤੇ ਤੂੰ ਆਪ ਹੀ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਆਪੇ ਤੂੰ ਕਰ ਰਿਹਾ ਹੈ, ਆਪਣਾ ਲਿਖਾਈ ਜਾ ਰਿਹਾ ਹੈ, ਆਪੇ ਹੀ ਕਰਮਾਂ ਦੀ ਬੀਜ ਬੀਜਦਾ ਹੈ, ਔਰ ਆਪ ਹੀ ਫਿਰ ਤੁਸੀਂ ਉਹਦਾ ਫਲ ਭੋਗਦੇ ਹੋ। ਮਾਰੇ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਹ ਤੇਰੇ ਕਰਮਾਂ ਦੀ ਵਿਚਾਰ ਹੋਣੀ, ਉਹ ਖੁਦ ਸੱਚਾ ਹੈ ਪਰਮਾਤਮਾ, ਉਹਦਾ ਇਨਸਾਫ ਵੀ ਸੱਚਾ ਹੈ। ਤਾਂ ਕਿੰਨੀਆਂ ਅਸੀਂ ਸ਼ਿਕਾਇਤਾਂ ਕਰਦੇ ਹਾਂ ਵੀ ਮੇਰੇ ਨਾਲ ਆ ਜੀਵਨ ਦੇ ਵਿੱਚ ਕਿਉਂ। ਮਾਰੇ ਕਹਿੰਦੇ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇਰੀਆਂ ਚੰਗਿਆਈਆਂ ਤੇ ਬੁਰਾਈਆਂ, ਸ਼ੁਭ ਕਰਮ ਸ਼ੁਭ ਕਰਮ, ਇਹ ਜਿਹੜੇ ਨੇ ਦੇਖੇ ਜਾਂਦੇ ਨੇ। ਤੂੰ ਆਪਣੇ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੈ, ਔਰ ਦੂਰ ਵੀ ਤੂੰ ਕਰਮਾਂ ਦੇ ਕਾਰਨ। ਸੋ ਕਿੰਨਾ ਕੁ ਕਰਮਾਂ ਦਾ ਅਸੀਂ ਧਿਆਨ ਰੱਖੀਏ। 3 ਤਰ੍ਹਾਂ ਕਰਕੇ ਸਾਡੇ ਕਰਮ ਬਣਦੇ ਨੇ ਸੰਗਤ ਜੀ, ਮੋਟੇ ਮੋਟੇ ਅਸੀਂ ਲਈਏ। ਇੱਕ ਸਾਡੀ ਜੋ ਅੰਦਰ ਸੋਚ ਹੈ, ਦੂਸਰਾ ਜੋ ਸ਼ਬਦਾਂ ਦੁਆਰਾ ਅਸੀਂ ਬੋਲ ਦਿੰਦੇ ਹਾਂ, ਤੀਸਰਾ ਜੋ ਸਾਡੇ ਐਕਸ਼ਨਸ ਨੇ। ਅਗਰ ਸੋਚ ਸਾਡੀ ਨੈਗੇਟਿਵ ਹੈ, ਜੈਲਸੀ ਵਾਲੀ, ਹੇਟਰਡ ਹੈ, ਤਾਂ ਸਮਝ ਲਓ ਅਸੀਂ ਬਹੁਤ ਕੁਝ ਬੁਰਾ ਬੀਜ ਰਹੇ ਹਾਂ। ਅਗਰ ਸਾਡੀ ਜਿਹੜੀ ਪੋਜ਼ਿਟਿਵ ਥਿੰਕਿੰਗ ਹੈ, ਸੋਚ ਸਾਡੀ, ਦੂਸਰੇ ਨੂੰ ਐਪਰੀਸ਼ੀਏਟ ਕਰਦੇ ਆ, ਉਹਨਾਂ ਦੇ ਵੀ ਗੁਣਾਂ ਨੂੰ ਦੇਖਦੇ ਆ, ਉਹਨਾਂ ਦਾ ਵੀ ਭਲਾ ਮੰਗਦੇ ਆ, ਤਾਂ ਸਾਡੀ ਅੱਛੀ ਸੋਚ, ਅੱਛੇ ਬੀਜ ਬਣ ਰਹੇ ਨੇ।
ਸ਼ਬਦਾਂ ਨੂੰ ਵੀ ਦੇਖੋ, ਕਿਸੇ ਨੂੰ ਮੈਂਟਲੀ ਕਈ ਵਾਰ ਟੌਰਚਰ ਕਰ ਦਿੰਦੇ ਹਾਂ ਅਸੀਂ ਸ਼ਬਦ ਬੋਲ ਕੇ ਗਲਤ, ਤੇ ਉਹ ਬੜੇ ਵੱਡੇ ਕਰਮ ਬਣਦੇ ਨੇ। ਕਿਹੋ ਜਿਹੇ ਸ਼ਬਦ ਬੋਲਣੇ ਨੇ? ਸੁਖਦਾਈ ਬੋਲੋ, ਕਿਸੇ ਨੂੰ ਅਪਲਿਫਟ ਕਰ ਦਿਓ, ਚੜ੍ਹਦੀਆਂ ਕਲਾ ਵਿੱਚ ਕਰ ਦਿਓ, ਕਿਸ ਦਾ ਸਹਿਯੋਗ ਦੇ ਦਿਓ, ਹਮਦਰਦੀ ਵਾਲੇ, ਜਿੱਥੇ ਕਿਸੇ ਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੇ ਬੋਲੋ, ਮਿੱਠੇ ਬੋਲੋ। ਤੀਸਰਾ ਐਕਸ਼ਨ, ਜਿਹੜੇ ਅਸੀਂ ਪ੍ਰੈਕਟੀਕਲ ਕਰਮ ਕਰ ਹੀ ਲੈਂਦੇ, ਸੋ ਤਿੰਨਾਂ ਦਾ ਅਸੀਂ ਧਿਆਨ ਰੱਖਣਾ, ਕਿਉਂਕਿ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਵੀ ਤੇਰੀਆਂ ਚੰਗਿਆਈਆਂ ਤੇ ਬੁਰਾਈਆਂ ਜਿਹੜੀਆਂ ਦੇਖੀਆਂ ਜਾਣੀਆਂ ਨੇ, ਤਾਂ ਫਿਰ ਅਸੀਂ ਸਾਰੇ ਚਾਹੁੰਦੇ ਹਾਂ ਨਾ ਪਰਮਾਤਮਾ ਦੇ ਅਸੀਂ ਨੇੜੇ ਹੋਈਏ, ਫਿਰ ਚੰਗਾ ਹੀ ਸੋਚੀਏ, ਚੰਗਾ ਹੀ ਬੋਲੀਏ, ਚੰਗਾ ਹੀ ਕਰੀਏ, ਸਭ ਦੇ ਲਈ, ਆਪਣੇ ਲਈ ਵੀ। ਜਿਹੜੀ ਅਸੀਂ ਅੰਦਰ ਅਫਰਮੇਸ਼ਨਸ ਆਪਣੇ ਲਈ ਵੀ ਮਾੜੀ ਦਿੰਦੇ, ਉਹ ਵੀ ਨਹੀਂ ਦੇਣੀ। ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ, ਬਹੁਤ ਵਧੀਆ, ਅਸੀਂ ਯੂਨੀਕ ਹਾਂ, ਤਾਂ ਉਹ ਫਿਰ ਯੂਨੀਕਨੈਸ ਆਉਣ ਲੱਗ ਜਾਏਗੀ ਅੰਦਰ। ਆਪਣੇ ਆਪ ਨੂੰ ਵੀ ਨਹੀਂ ਨਿੰਦਣਾ, ਕਿਸੇ ਨੂੰ ਵੀ ਨਹੀਂ ਨਿੰਦਣਾ। ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਆਪਣੀਆਂ ਬੁਰਾਈਆਂ ਨਹੀਂ ਦੇਖਣੀਆਂ, ਉਹ ਦੇਖਣੀਆਂ, ਉਹਨਾਂ ਨੂੰ ਸੁਧਾਰਨਾ, ਲੇਕਿਨ ਆਪਣੇ ਲਈ ਨੈਗੇਟਿਵਿਟੀ ਨਹੀਂ ਲੈ ਕੇ ਆਣੀ, ਉਹ ਨਹੀਂ ਬੋਲਣਾ। ਇਹ ਹੈਗਾ, ਇਹਨੂੰ ਅਸੀਂ ਠੀਕ ਕਰ ਲੈਣਾ ਹੈ ਸੰਗਤ ਕਰ ਕਰਕੇ, ਜੋ ਵੀ ਕੋਈ ਆਪਣਾ ਗਲਤ ਸੁਭਾਅ ਹੋਵੇ। ਤਾਂ ਕਰਮਾਂ ਦਾ ਸੰਗਤ ਜੀ ਅਸੀਂ ਬਹੁਤ ਬਹੁਤ ਧਿਆਨ ਰੱਖਣਾ। ਸੋ ਵਿਦਵਾਨ ਕਹਿੰਦੇ ਨੇ, ਅਗਰ ਕਿਸੇ ਦਾ ਪਾਸਟ ਦੇਖਣਾ ਹੋਵੇ, ਉਸਦਾ ਪ੍ਰੈਜ਼ੈਂਟ ਦੇਖੋ, ਵਰਤਮਾਨ ਦੇਖੋ। ਅਗਰ ਕਿਸੇ ਦਾ ਫਿਊਚਰ ਦੇਖਣਾ ਹੋਵੇ, ਉਸਦਾ ਵੀ ਪ੍ਰੈਜ਼ੈਂਟ ਦੇਖੋ। ਅਗਰ ਕਿਸੇ ਦਾ ਪ੍ਰੈਜ਼ੈਂਟ ਦੇਖਣਾ ਹੋਵੇ ਤਾਂ ਉਸਦਾ ਪ੍ਰੈਜ਼ੈਂਟ ਹੀ ਦੇਖੋ। ਇਸ ਦਾ ਮਤਲਬ ਅੱਜ ਅਸੀਂ ਜਿੱਥੇ ਖੜੇ ਹਾਂ, ਸਾਡੇ ਹੀ ਕਰਮਾਂ ਦੇ ਵਿੱਚ, ਸਾਡੇ ਹੀ ਬੀਜੇ ਹੋਏ ਕਰਮ। ਫਿਊਚਰ ਅਗਰ ਦੇਖਣਾ, ਮਤਲਬ ਫਿਊਚਰ ਅੱਛਾ ਚਾਹੁੰਦੇ ਹੋ ਤਾਂ ਪ੍ਰੈਜ਼ੈਂਟ ਅੱਛਾ ਬਣਾ ਲਓ। ਪ੍ਰੈਜ਼ੈਂਟ ਵਿੱਚ ਸ਼ੁਭ ਕਰਮਾਂ ਦੇ ਬੀਜ ਬੀਜੋ, ਤਾਂ ਕਿ ਉਹ ਫਿਊਚਰ ਬਣ ਜਾਏ। ਸੋਚ ਅੱਛੀ, ਸ਼ਬਦ ਅੱਛੇ, ਐਕਸ਼ਨਸ ਅੱਛੇ। ਠੀਕ ਹੈ ਸੰਗਤ ਜੀ, ਮੁਸਕਰਾ ਮੁਸਕਰਾ ਕੇ ਇਹ ਗੁਰੂ ਮਹਾਰਾਜ ਦੀ ਬਾਣੀ ਨੂੰ ਅਸੀਂ ਆਪਣੇ ਅੰਦਰ ਲੈਣਾ ਹੈ। ਬਾਣੀ ਦੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਬੇਅੰਤ ਪੰਕਤੀਆਂ ਨੇ, ਜਿਹੜੀਆਂ ਮੈਂ ਨੋਟ ਕਰ ਕਰਕੇ ਰੱਖੀਆਂ ਨੇ। ਇੱਕ ਮਹਾਰਾਜ ਜੀ ਕਹਿੰਦੇ ਨੇ, ਨਾਨਕ ਆਖੇ ਰੇਵਨਾ ਸੁਣੀਏ ਸਿੱਖ ਸਹੀ। ਕਹਿੰਦੇ ਸੱਚੀ ਸਿੱਖ ਸੁਣੋ ਬਈ। ਕੀ ਸੁਣੀਏ ਮਹਾਰਾਜ ਜੀ? ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ। ਕਹਿੰਦੇ ਰੱਬ ਲੇਖਾ ਲਏਗਾ ਬਈ, ਉਹਦਾ ਲੈਜਰ ਬੁੱਕ ਜਿਹੜੀ ਹੈ, ਉਹ ਸਾਡੇ ਅੰਦਰ ਜਿਹੜੇ ਲਿਖੇ ਜਾ ਰਹੇ ਨੇ, ਸੋ ਅੰਦਰ ਹੀ ਰੱਬ ਹੈ, ਤਾਂ ਤੇਰਾ ਹੀ ਲਿਖਾ ਲਿਆ ਜਾਣਾ ਹੈ। ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ ਹੈ, ਤੇ ਜਿਨ੍ਹਾਂ ਦਾ ਰਹਿ ਗਿਆ ਨਾ ਹਿਸਾਬ ਕਿਤਾਬ ਵਾਲੇ ਕਰਮਾਂ ਦਾ ਲੈਣਾ ਦੇਣਾ, ਉਹਨਾਂ ਨੂੰ, ਉਹਨਾਂ ਦੇ ਲਈ ਹਿਸਾਬ ਕਿਤਾਬ ਫਿਰ ਲਿਆ ਜਾਣਾ। ਅਜ਼ਰਾਈਲ ਫਰਿਸ਼ਤਾ ਹੋਸੀ ਆਈ ਤਈ। ਸੋ ਮੌਤ ਦਾ ਦੂਤ ਜਿਹੜਾ ਅਜ਼ਰਾਈਲ ਹੈ ਨਾ, ਉਹ ਉਹਨੂੰ ਫਿਕਸ ਕੀਤਾ ਆ ਕਿ ਤੂੰ ਸਜ਼ਾ ਦੇ ਇਹਨਾਂ ਨੂੰ, ਇਹਨਾਂ ਦੇ ਹਿਸਾਬ ਕਿਤਾਬ ਪਏ ਨੇ, ਫਿਰ ਭੇਜ ਇਹਨਾਂ ਨੂੰ। ਦੇਖ ਲਓ ਕਿੰਨਾ ਗੁਰੂ ਮਹਾਰਾਜ ਸਾਨੂੰ ਧਿਆਨ ਦਿਵਾ ਰਹੇ ਨੇ, ਭਾਈ ਕਰਮਾਂ ਦੇ ਸ਼ੁਭ ਸ਼ੁਭ ਬੀਜ ਬੀਜੋ। ਅੱਛਾ, ਅੱਜ ਸਾਡੇ ਕੋਲ ਪ੍ਰੈਜ਼ੈਂਟ ਵਿੱਚ ਅਸੀਂ ਜੋ ਵੀ ਹਾਂ, ਆਪਣੇ ਹੀ ਬੀਜੇ ਹੋਏ ਕਰਮਾਂ ਦਾ। ਤਾਂ ਹੁਣ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਇੰਨੇ ਪਿਆਰੇ ਸੁੰਦਰ ਸਨਾਨ। ਮਹਾਰਾਜ ਕਹਿੰਦੇ, ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਸਾਖੀ ਪਾਸ। ਅਸੀਂ ਕਹਿੰਦੇ ਮੇਰੀ ਅਰਦਾਸ ਨਹੀਂ ਸੁਣ ਹੁੰਦੀ, ਉਹ ਕਹਿੰਦਾ ਮੇਰੀ ਸੁਣ ਹੋ ਜਾਂਦੀ ਹੈ, ਕਿਉਂਕਿ ਉਹਦੇ ਅਕਾਊਂਟ ਵਿੱਚ ਉਹੋ ਜਿਹੇ ਕਰਮ ਨੇ। ਸਾਡੀ ਸੁਣੀ ਨਹੀਂ ਜਾਂਦੀ, ਕਿਉਂ ਨਹੀਂ? ਕਿਉਂਕਿ ਮਹਾਰਾਜ ਨੇ ਬਚਨ ਕਰ ਦਿੱਤੇ, ਕਿਆ ਮੂੰਹ ਲੈ ਕੀਚੇ ਅਰਦਾਸ, ਕਿਹੜਾ ਮੂੰਹ ਲੈ ਕੇ ਅਰਦਾਸ ਕਰਨਾ। ਪਾਪ ਪੁੰਨ ਸਾਖੀ ਪਾਸ, ਇਹ ਸਾਖੀ ਹੋ ਕੇ ਤੇਰੇ ਖੜੇ ਨੇ ਕਰਮ ਜਿਹੜੇ ਨਾਲ ਤੇਰੇ। ਕਿਉਂਕਿ ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ। ਪੂਰਬ ਲਿਖੇ ਪਾਵਣੇ ਸਾਚ, ਨਾਮ ਦੇ ਰਾਸ ਲਿਆਓ, ਕੋਈ ਰਾਸ ਪੂੰਜੀ ਜਿਹਦੇ ਬਦਲੇ ਵਿੱਚ ਤੁਹਾਨੂੰ ਮਿਲ ਜਾਵੇ। ਸੋ ਫਿਰ ਹੁਣ ਅਸੀਂ ਬਣਾ ਲਈਏ ਰਾਸ ਪੂੰਜੀ। ਇਤਿਹਾਸ ਵਿੱਚ ਆਪ ਜੀ ਨੂੰ ਪਤਾ ਹੈ ਨਾ, ਸੋ ਬਾਬਾ ਆਦਮ ਦੇ ਸੰਤਾਨ ਨਹੀਂ ਸੀ, ਅਸੀਂ ਪੂਰੀ ਸਾਖੀ 'ਚ ਨਹੀਂ ਜਾਣਾ। ਤੋ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦੁਆਰੇ ਪਹੁੰਚੇ ਬਾਬਾ ਆਦਮ, ਤਾਂ ਉੱਥੇ ਬਾਬਾ ਬੁੱਢਾ ਜੀ ਨੇ ਕਿਹਾ ਵੀ ਗੁਰੂ ਰਾਮਦਾਸ ਜੀ ਨੂੰ ਬੇਨਤੀ ਨਾ ਕਰਿਓ ਸੰਤਾਨ ਦੇ ਵਾਸਤੇ, ਦਾਤ ਉਹ ਅੱਛੀ ਹੁੰਦੀ ਹੈ ਜਿਹੜੇ ਸਤਿਗੁਰੂ ਜੀ ਖੁਸ਼ ਹੋ ਕੇ ਦੇਣ, ਪ੍ਰਸੰਨ ਹੋ ਕੇ ਦੇਣ, ਆਪਣੀਆਂ ਖੁਸ਼ੀਆਂ ਦੇ ਨਾਲ ਦੇਣ। ਤਾਂ ਉਹ ਬਾਬਾ ਆਦਮ ਜੀ ਨੇ ਕਿਹਾ ਸੀ, ਕਿਵੇਂ ਸਤਿਗੁਰਾਂ ਦੀ ਪ੍ਰਸੰਨਤਾ ਲਈ ਜਾਵੇ? ਉਹਨਾਂ ਨੇ ਕਿਹਾ, ਸੇਵਾ ਤੇ ਸਿਮਰਨ ਕਰੋ। ਬਾਬਾ ਆਦਮ ਜੀ 2 ਸਾਲ ਉੱਥੇ ਰਹੇ ਸਨ, ਪਤੀ ਪਤਨੀ ਗੁਰੂ ਘਰ ਦੀ ਸੇਵਾ ਕੀਤੀ, ਬੜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰਾਂ ਦੇ ਬਚਨ ਸੁਣਦੇ ਰਹੇ, ਕਮਾਉਂਦੇ ਰਹੇ। ਤਾਂ ਉਹਨਾਂ ਦੇ ਭਾਗਾਂ 'ਚ ਤਾਂ ਗੁਰੂ ਰਾਮਦਾਸ ਜੀ ਕਹਿੰਦੇ ਸੰਤਾਨ ਲਿਖੀ ਨਹੀਂ ਹੋਈ,
ਲੇਕਿਨ ਮਹਾਰਾਜ ਨੇ ਆਪਣਾ ਹੀ ਇੱਕ ਜਿਹੜਾ ਸਾਹਿਬਜ਼ਾਦਾ ਆਪਣੇ ਘਰ ਵਿੱਚ ਆਉਣਾ ਸੀ, ਉਹੀ ਬਾਬਾ ਆਦਮ ਜੀ ਦੇ ਘਰ ਵਿੱਚ ਭੇਜ ਦਿੱਤਾ। ਭਾਈ ਭਗਤੂ ਜੀ ਜਿਹੜੇ ਹੋਏ ਨੇ, ਜਿਨ੍ਹਾਂ ਨੇ ਬੜੀ ਗੁਰੂ ਨਾਨਕ ਦੇ ਘਰ ਦੀ ਫਿਰ ਅੱਗੇ ਸੇਵਾ ਕੀਤੀ, ਉਹਨਾਂ ਦੇ ਪੁੱਤਰ ਅੱਗਿਓਂ ਬਾਬਾ ਜੀਵਨ ਜੀ, ਬਾਬਾ ਗੌਰਾ ਜੀ, ਬੜੀਆਂ ਸੇਵਾ ਕੀਤੀਆਂ ਇਹਨਾਂ ਨੇ। ਸੋ ਨਹੀਂ ਵੀ ਕੁਝ ਭਾਗਾਂ ਦੇ ਵਿੱਚ ਤਾਂ ਸੇਵਾ ਸਿਮਰਨ ਕਰਕੇ ਇਹ ਵੀ ਦਾਤਾਂ ਸਾਨੂੰ ਮਿਲ ਸਕਦੀਆਂ ਨੇ। ਅਸੀਂ ਸਾਰੇ ਜਾਣੇ ਜਿਹੜਾ ਹੈ ਆਪਣਾ ਜੀਵਨ ਵਧੀਆ ਬਣਾਈਏ ਸੰਗਤ ਜੀ। ਤੋ ਅਗਲਾ ਜਿਹੜਾ ਸਿਧਾਂਤ ਗੁਰੂ ਮਹਾਰਾਜ ਨੇ ਕਿਹਾ, ਬਲੇਮ ਗੇਮ ਦਾ। ਜਿਹੜਾ ਸੰਗਤ ਜੀ ਅਸੀਂ ਸਾਡੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਆਉਂਦੇ ਨੇ, ਕਸ਼ਟ ਕੁਛ ਵੀ ਆਉਂਦਾ ਹੈ ਨਾ, ਕੋਈ ਘਾਟੇ ਪੈ ਜਾਣ, ਕੋਈ ਪਰੇਸ਼ਾਨੀਆਂ ਆ ਜਾਣ, ਅਸੀਂ ਸਾਹਮਣੇ ਵਾਲੇ ਨੂੰ ਕਹਿੰਦੇ ਉਹਦੇ ਕਾਰਨ ਮੇਰੇ ਜੀਵਨ ਵਿੱਚ ਇਹ ਹੋਇਆ ਹੈ। ਅਗਰ ਮੇਰੀ ਸੱਸ ਨਾਲ ਨਾ ਲੜਾਕੀ ਹੁੰਦੀ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਸਾਡੇ ਘਰ ਵਿੱਚ ਨੂੰਹ ਨਾ ਇਸ ਤਰ੍ਹਾਂ ਦੀ ਆਉਂਦੀ, ਸਾਡਾ ਜੀਵਨ ਕੁਛ ਹੋਰ ਹੋਣਾ ਸੀ। ਮੇਰਾ ਪਤੀ ਦੀਆਂ ਆਦਤਾਂ ਨਾ ਇਸ ਤਰ੍ਹਾਂ ਦੀਆਂ ਹੁੰਦੀਆਂ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਉਹ ਨਾ ਧੋਖਾ ਦੇ ਜਾਂਦਾ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਤੇ ਉਹ ਦੂਸਰੇ ਨੂੰ ਦੋਸ਼ ਦਿੰਦੇ ਆ ਆਪਣੇ ਸਰਕਮਸਟੈਂਸਸ ਦੇ, ਜੋ ਵੀ ਸਾਡੇ ਜੀਵਨ ਵਿੱਚ ਹੋ ਰਿਹਾ। ਵੱਡੀ ਕੋਈ ਘਟਨਾ ਵਾਪਰ ਜਾਵੇ, ਫਿਰ ਛੱਡੀ ਦਾ ਸੰਸਾਰ ਅੱਬਲ ਨੂੰ ਹੋ ਜਾਈਦਾ, ਰੱਬਾ ਮੈਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ, ਤੂੰ ਮੇਰੇ ਨਾਲ ਇਹ ਕਿਉਂ ਕਰ ਦਿੱਤਾ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੀਵ ਆਤਮਾ ਨਾ ਦੋਸ਼ ਸੰਸਾਰ ਨੂੰ ਦੇ, ਨਾ ਹੀ ਨਿਰੰਕਾਰ ਨੂੰ ਦੇ। ਦੋਸ਼ ਦੇਣਾ ਹੈ ਤਾਂ ਆਪਣੇ ਆਪ ਨੂੰ ਦੇ। ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਸੰਗਤ ਜੀ ਕਿਸ ਦਾ ਦੋਸ਼? ਆਪਣੇ ਹੀ ਕਰਮਾਂ ਦਾ ਦੋਸ਼। ਦੇਖੋ ਕਰਮਾਂ ਦੇ ਉੱਤੇ ਮਹਾਰਾਜ ਜੀ ਸਾਡਾ ਕਿੰਨਾ ਧਿਆਨ ਦਿਵਾ ਰਹੇ ਨੇ, ਕਿਉਂਕਿ ਉਹੀ ਫਲ ਸਾਨੂੰ ਮਿਲਣਾ ਹੈ। ਅੱਜ ਮਿਲ ਵੀ ਉਹੀ ਰਿਹਾ ਆਪਣੇ ਹੀ ਕਰਮਾਂ ਦਾ। ਸੋ ਕਿਸੇ ਨੂੰ ਦੋਸ਼ ਨਹੀਂ ਦੇਣਾ। ਜਦੋਂ ਲੱਗੇ ਜ਼ਿੰਦਗੀ ਵਿੱਚ ਕੁਛ ਇਸ ਤਰ੍ਹਾਂ ਹੈ, ਆਪਣੇ ਆਪ ਦੇ ਉੱਤੇ ਸੋਚੋ ਕਿਤੇ ਨਾ ਕਿਤੇ ਗਲਤ ਕਰਮ ਬੀਜਿਆ ਸੀ, ਉਸੇ ਦਾ ਹੀ ਫਲ ਹੈ, ਕੋਈ ਗੱਲ ਨਹੀਂ, ਹੁਣ ਇਹਨੂੰ ਭੋਗ ਲਵਾਂਗੇ ਔਰ ਫਿਰ ਅੱਗੇ ਤੋਂ ਅਸੀਂ ਸ਼ੁਭ ਸ਼ੁਭ ਕਰਮਾਂ ਦੇ ਬੀਜ ਬੀਜਾਂਗੇ। ਔਰ ਨਾਮ ਜਪ ਕੇ ਸੇਵਾ ਕਰਕੇ ਉਹ ਜਿਹੜਾ ਦੁੱਖਾਂ ਦਾ ਫਲ ਆਇਆ ਉਹਦਾ ਅਸਰ ਘਟ ਜਾਂਦਾ ਹੈ। ਆਪ ਜੀ ਨੂੰ ਕੈਂਪ ਦੇ ਵਿੱਚ ਵੀ ਬਹੁਤ ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਅਗਰ ਕੋਈ ਦੁੱਖ ਆ ਜਾਵੇ, ਰੋਗ ਆ ਗਏ, ਕਸ਼ਟ ਆ ਜਾਵੇ, ਫਿਰ ਕੀ ਕਰੋ? ਜਿਤਨਾ ਭਜਨ ਸਿਮਰਨ ਪਹਿਲਾਂ ਕਰਦੇ ਹੋ ਹੋਰ ਵਧਾ ਦਿਓ, ਜਿਤਨੀ ਨਿਸ਼ਕਾਮ ਸੇਵਾ ਪਹਿਲਾਂ ਕਰਦੇ ਹੋ ਹੋਰ ਵਧਾ ਦਿਓ, ਜਿਤਨਾ ਦਾਨ ਪੁੰਨ ਪਹਿਲਾਂ ਕਰਦੇ ਹੋ ਹੋਰ ਵਧਾ ਦਿਓ। ਇਹ ਦਾਨ ਪੁੰਨ, ਭਜਨ ਸਿਮਰਨ, ਨਿਸ਼ਕਾਮ ਸੇਵਾ ਦਾ ਕੀ ਫਲ ਹੋਵੇਗਾ? ਜਿਵੇਂ ਆਪ ਜੀ ਆਪਣੇ ਘਰਾਂ ਵਿੱਚ ਬੈਠੇ ਹੋ ਤਾਂ ਮੰਨ ਲਓ ਹੁਣ ਘਰਾਂ ਚੋਂ ਬਾਹਰ ਜਾਣਾ ਪੈਣਾ, ਬਾਹਰ ਖੂਬ ਸਾਰੀ ਬਾਰਿਸ਼ ਹੋ ਰਹੀ ਹੈ, ਤੇ ਜਾਣਾ ਹੈ ਜ਼ਰੂਰੀ ਕੰਮ ਦੇ ਲਈ। ਸੋ ਜ਼ਿੰਦਗੀ ਵਿੱਚ ਰੁਕਿਆ ਨਹੀਂ ਜਾਣਾ, ਅੱਗੇ ਵਧਣਾ ਹੈ। ਅਗਰ ਦੁੱਖ ਵੀ ਆਣਗੇ, ਕਸ਼ਟ ਵੀ ਆਣਗੇ, ਸੋ ਇੱਥੇ ਬਾਰਿਸ਼ ਦਾ ਮਤਲਬ ਦੁੱਖਾਂ ਦੀ ਬਾਰਿਸ਼ ਮੰਨ ਲਓ ਹੋ ਰਹੀ ਹੈ, ਹੁਣ ਜਾਣਾ ਤਾਂ ਹੈ। ਤੋ ਜਾਣਗੇ ਸਾਰੇ ਆਪਣੇ ਘਰਾਂ ਤੋਂ ਬਾਹਰ, ਕੰਮਾਂ ਤੇ ਜਾਣਾ ਹੈ, ਬਾਰਿਸ਼ ਵੀ ਹੋਵੇਗੀ, ਲੇਕਿਨ ਜਿਸ ਦੇ ਪਾਸ ਭਜਨ ਸਿਮਰਨ, ਦਾਨ ਪੁੰਨ, ਨਿਸ਼ਕਾਮ ਸੇਵਾ ਹੋਵੇਗੀ, ਉਸ ਦੇ ਪਾਸ ਪੁੰਨਾਂ ਦੀ ਛਤਰੀ ਆ ਜਾਵੇਗੀ। ਹੁਣ ਸੰਗਤ ਜੀ ਦੱਸੋ, ਜਿਸ ਦੇ ਪਾਸ ਛਤਰੀ ਹੈ ਉਹ ਘੱਟ ਛਿੱਟਾਂ ਪੈਣਗੀਆਂ ਕਿ ਬੁਰੀ ਤਰ੍ਹਾਂ ਭਿੱਜੇਗਾ? ਘੱਟ ਛਿੱਟਾਂ ਪੈਣਗੀਆਂ। ਜਿਸ ਦੇ ਪਾਸ ਛਤਰੀ ਹੈ ਹੀ ਨਹੀਂ, ਬੁਰੀ ਤਰ੍ਹਾਂ ਭਿੱਜ ਜਾਵੇਗਾ। ਸੋ ਜਿਹੜੇ ਕਰਮਾਂ ਦੇ ਬੀਜ ਬੀਜੇ ਨੇ, ਫਲ ਤਾਂ ਆਵੇਗਾ ਸਾਹਮਣੇ, ਲੇਕਿਨ ਅਗਰ ਭਜਨ ਸਿਮਰਨ, ਦਾਨ ਪੁੰਨ, ਨਿਸ਼ਕਾਮ ਸੇਵਾ ਹੈ ਤਾਂ ਫਿਰ ਉਹ ਛਤਰੀ ਦੀ ਤਰ੍ਹਾਂ ਸਾਡੀ ਨਾਲ ਹੈਲਪ ਹੋਣ ਲੱਗ ਜਾਏਗੀ। ਸੋ ਆਪਣਾ ਸਾਰੇ ਜਾਣੇ ਇਹ ਸਾਰੀਆਂ ਚੀਜ਼ਾਂ ਆਪਣੇ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਨੇ, ਵਧਾਓ ਇਸ ਨੂੰ ਹੋਰ। ਤੇ ਧਿਆਨ ਰੱਖਣਾ, ਹੁਣ ਦੋਸ਼ ਕਿਸੇ ਨੂੰ ਨਹੀਂ ਦੇਣਾ। ਜੋ ਵੀ ਹੋਇਆ ਹੈ ਮੇਰੇ ਜੀਵਨ ਦੇ ਵਿੱਚ, ਮੇਰੇ ਹੀ ਕਾਰਨ, ਮੇਰੇ ਹੀ ਗਲਤ ਕਿਤੇ ਬੀਜ ਬੀਜੇ ਗਏ ਸਨ। ਅੱਜ ਤੋਂ ਅਸੀਂ ਸਹੀ ਬੀਜਾਂਗੇ, ਸਹੀ ਵੀ ਸ਼ੁਭ ਸ਼ੁਭ ਬੀਜਾਂਗੇ, ਅੱਛੇ ਅੱਛੇ ਬੀਜਾਂਗੇ। ਗੁਰੂ ਮਹਾਰਾਜ ਨੇ ਹੋਰ ਸਾਨੂੰ ਅਗਲਾ ਜਿਹੜਾ ਸਿਧਾਂਤ ਦਿੱਤਾ ਹੈ, ਮੁਆਫ ਕਰਨ ਦਾ, ਫॉरगिवनेस ਦਾ। ਇਤਨਾ ਜ਼ਬਰਦਸਤ ਸਿਧਾਂਤ ਗੁਰੂ ਮਹਾਰਾਜ ਨੇ ਦਿੱਤਾ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਅੱਛਾ ਸੰਗਤ ਜੀ ਤੁਸੀਂ ਦੱਸੋ, ਤੁਸੀਂ ਸਾਰੇ ਚਾਹੁੰਦੇ ਹੋ ਨਾ ਸਾਨੂੰ ਰੋਗ ਨਾ ਆਣ? ਸਿਰ ਹਿਲਾ ਰਹੇ ਹੋ, ਹਾਂਜੀ। ਤੁਸੀਂ ਸਾਰੇ ਹੀ ਚਾਹੁੰਦੇ ਹੋ ਕਿ ਸਾਨੂੰ ਜਮਾਂ ਦੀ ਮਾਰ ਵੀ ਨਾ ਪਵੇ? ਸਿਰ ਹਿਲਾ ਰਹੇ ਹੋ, ਠੀਕ ਹੈ ਜੀ। ਤੁਸੀਂ ਸਾਰੇ ਹੀ ਚਾਹੁੰਦੇ ਹੋ ਕਿ ਅਸੀਂ ਮੁਕਤ ਵੀ ਹੋ ਜਾਈਏ, ਬੰਧਨਾਂ ਤੋਂ ਮੁਕਤ, ਚਾਹੁੰਦੇ ਹੋ ਨਾ? ਔਰ ਤੁਸੀਂ ਸਾਰੇ ਹੀ ਚਾਹੁੰਦੇ ਹੋ ਅਸੀਂ ਪਰਮਾਤਮਾ ਦਾ ਰੂਪ ਵੀ ਬਣ ਜਾਈਏ। ਅੰਸ਼ ਆ ਪਰ ਉਹਦਾ ਹੀ ਰੂਪ ਬਣ ਜਾਈਏ, ਅੰਸ਼ ਤੋਂ ਉਹਦਾ ਰੂਪ ਬਣ ਜਾਈਏ, ਸਾਰੇ ਹੀ ਅਸੀਂ ਚਾਹੁੰਦੇ ਹਾਂ। ਇਹਦੇ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਫਿਰ ਮਾਫ ਕਰ ਦਿਓ। ਮਹਾਰਾਜ ਕਹਿੰਦੇ ਖਿਮਾ ਗਹੀ ਪ੍ਰਤ ਸੀਲ ਸੰਤੋਖਮ।
ਲੋਕ ਵਰਤ ਰੱਖਦੇ ਨੇ। ਵਰਤ ਹੁੰਦਾ ਪ੍ਰਣ ਕਰ ਲੈਣਾ, ਪੱਕਾ ਇਰਾਦਾ ਕਰ ਲੈਣਾ, ਅੱਜ ਖਾਣਾ ਨਹੀਂ ਖਾਣਾ ਜਾਂ ਅੱਜ ਪਾਣੀ ਨਹੀਂ ਪੀਣਾ। ਉਹ ਅਲੱਗ-ਅਲੱਗ ਤਰ੍ਹਾਂ ਦੇ ਵਰਤ ਨੇ। ਕਿ ਗੁਰੂ ਮਹਾਰਾਜ ਕਹਿੰਦੇ ਤੁਸੀਂ ਆਹ ਵਰਤ ਰੱਖੋ, ਪੱਕਾ ਇਰਾਦਾ ਕਰ ਲਓ ਕਿ ਮਾਫ਼ ਕਰ ਦੇਣਾ। ਜਿਹਨੂੰ ਮਨ ਵਿੱਚ ਅੰਦਰ ਵਸਾਏ ਆ ਨਾ ਵੀ ਉਹਨੇ ਮੈਨੂੰ ਉਹ ਕੀਤਾ, ਧੋਖਾ ਦਿੱਤਾ, ਚੀਟਿੰਗ ਕੀਤੀ, ਬੁਰਾ ਬੋਲਿਆ, ਅੱਜ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਅੱਜ ਅਸੀਂ ਮਾਫ਼ ਕਰ ਦੇਣਾ ਸੀ। ਫਲ ਦੇਖੋ ਕਿੰਨੇ ਨੇ। ਮਾਰੇ ਕਹਿੰਦੇ ਰੋਗ ਨਾ ਵਿਆਪੇ ਨਾ ਜਮ ਦੋਖਮ, ਤੈਨੂੰ ਰੋਗ ਵੀ ਨਹੀਂ ਲੱਗਣਗੇ, ਤੈਨੂੰ ਜਮਾਂ ਦੀ ਮਾਰ ਵੀ ਨਹੀਂ ਪਏਗੀ। ਕਿਉਂਕਿ ਜਿਹੜੀ ਮੇਲ ਦੇ ਵਿੱਚ ਅਸੀਂ ਸਟਕ ਹੋਏ ਆ ਨਾ, ਉਹਨੇ ਮੇਰੇ ਨਾਲ ਉਹ ਕੀਤਾ, ਉਹ ਕੀਤਾ। ਅਸੀਂ ਹਿਰਦੇ 'ਚ ਵਸਾਣਾ ਸੀ ਰੱਬ, ਨਾਮ, ਪ੍ਰੇਮ। ਉੱਥੇ ਅਸੀਂ ਉਹਦੀ ਮੈਲ, ਉਹਦੀ ਜ਼ਹਿਰ ਵਸਾ ਕੇ ਬੈਠੇ ਹਾਂ ਤੇ ਅਸੀਂ ਮੈਲੇ ਹੁੰਦੇ ਚਲੇ ਜਾ ਰਹੇ ਹਾਂ। ਜਮਾਂ ਦੀ ਮਾਰ ਪਏਗੀ ਹੀ ਪਏਗੀ, ਰੋਗ ਲੱਗਣਗੇ ਹੀ ਲੱਗਣਗੇ। ਇਹਦੇ ਉੱਤੇ ਸੰਗਤ ਯੂਨੀਵਰਸਿਟੀਜ਼ ਨੇ ਰਿਸਰਚਸ ਕੀਤੀਆਂ ਨੇ, ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ, ਕਿ ਜਿਹੜੇ ਮਾਫ਼ ਨਹੀਂ ਕਰਦੇ ਉਹਨਾਂ ਨੂੰ ਕਿੰਨੀਆਂ ਰੋਗ ਲੱਗ ਜਾਂਦੇ ਨੇ। ਔਰ ਮਾਫ਼ ਕਰਨ ਦੇ ਨਾਲ ਇਹਨਾਂ ਨੇ ਦੱਸਿਆ ਯੂਨੀਵਰਸਿਟੀਜ਼ ਨੇ ਵੀ ਟੋਟਲ ਹੈਲਥ ਤੁਹਾਨੂੰ ਮਿਲਦੀ ਹੈ, ਫਿਜ਼ੀਕਲ ਵੀ, ਮੈਂਟਲ ਵੀ, ਤੁਸੀਂ ਸੋਸ਼ਲ ਵੀ। ਜਦੋਂ ਮਾਫ਼ ਕਰਦੇ ਨਾ ਸਾਡੇ ਰਿਲੇਸ਼ਨ ਵੀ ਤਾਂ ਅੱਛੇ ਹੁੰਦੇ ਨੇ ਨਾ। ਮਾਫ਼ ਕਰ ਦਿੰਦੇ ਆ ਤਾਂ ਫਿਰ ਅੰਦਰ ਮੈਲ ਹੀ ਨਹੀਂ, ਕਿਸੇ ਲਈ ਜ਼ਹਿਰ ਨਹੀਂ ਰੱਖੀ ਹੋਈ, ਤਾਂ ਸਪਿਰਿਚੁਅਲ ਗਰੋਥ ਵੀ ਤੁਹਾਡੀ ਹੁੰਦੀ ਹੈ। ਟੋਟਲ ਹੈਲਥ ਵਿੱਚ ਚਾਰੋਂ ਚੀਜ਼ਾਂ ਆਉਂਦੀਆਂ ਨੇ, ਸਾਡੀ ਬਾਡੀ, ਸਾਡਾ ਮਾਈਂਡ, ਸਾਡਾ ਸੋਸ਼ਲ ਜੋ ਸਿਸਟਮ ਹੈ ਉਹ ਵੀ ਹੈਲਦੀ ਹੁੰਦਾ ਹੈ, ਪਲੱਸ ਅਸੀਂ ਸਪਿਰਿਚੁਅਲ ਗਰੋਥ ਸਾਡੀ ਹੁੰਦੀ ਹੈ। ਕਹਿੰਦੇ ਟੋਟਲ ਹੈਲਥ ਮਿਲਦੀ ਹੈ। ਬਾਕੀ ਬੜੀਆਂ ਬਿਮਾਰੀਆਂ ਨੇ ਲੰਬੀਆਂ ਚੌੜੀਆਂ ਲਿਸਟਾਂ ਜਿਨ੍ਹਾਂ 'ਤੇ ਰਿਸਰਚਸ ਕੀਤੀਆਂ ਨੇ, ਕਿ ਜਿਨ੍ਹਾਂ ਨੇ ਫੋਰਗਿਵ ਕੀਤਾ ਉਹਨਾਂ ਦੇ ਉਹ ਕਹਿੰਦੇ ਨੇ ਜਿਹੜੀ ਹਾਰਟ ਅਟੈਕ ਦਾ ਰਿਸਕ ਸੀ ਉਹ ਵੀ ਲੋ ਹੋ ਗਿਆ ਕਾਫੀ। ਔਰ ਕੋਲੈਸਟਰੋਲ ਜਿਹੜਾ LDL ਸੀ ਉਹ ਘਟਣ ਲੱਗ ਗਿਆ, HDL ਵਧਣ ਲੱਗ ਗਿਆ, ਗੁੱਡ ਵਧਣ ਲੱਗ ਗਿਆ, BP ਨਾਰਮਲ ਹੋ ਗਿਆ, ਪੇਨ ਘਟ ਗਈ, ਐਂਜ਼ਾਈਟੀ, ਡਿਪਰੈਸ਼ਨ, ਸਟ੍ਰੈਸ, ਮੈਂਟਲ ਇਲਨੈਸ, ਇਹ ਸਾਰੀਆਂ ਦੂਰ ਹੋਣ ਲੱਗ ਗਈਆਂ ਜਿਨ੍ਹਾਂ ਨੇ ਮਾਫ਼ ਕਰਨਾ ਸ਼ੁਰੂ ਕਰ ਦਿੱਤਾ। ਈਵਨ ਕੈਂਸਰ ਤੱਕ ਦੇ ਰੋਗਾਂ ਦੇ ਉੱਤੇ ਵੀ ਇਹਨਾਂ ਨੇ ਡਾਕਟਰਸ ਨੇ ਕੰਮ ਕੀਤਾ। ਉਹਨਾਂ ਨੂੰ ਬਹੁਤ ਸਾਰੀ ਰਿਸਰਚਸ ਹੋਈਆਂ ਵੀ ਅੰਦਰ ਤੁਸੀਂ ਕੀ ਹੋਲਡ ਕੀਤਾ ਹੋਇਆ। ਉਹ ਕਿਸੇ ਨੇ ਰਿਵੈਂਜ ਸੀ, ਕਿਸੇ ਨੂੰ ਮਾਫ਼ ਨਹੀਂ ਸੀ ਕੀਤਾ, ਕੁਛ ਇੱਦਾਂ ਦੀਆਂ ਨੈਗੇਟਿਵਿਟੀਜ਼ ਅੰਦਰ ਹੋਲਡ ਕੀਤੀਆਂ ਹੋਈਆਂ ਸੀ, ਕਿਸੇ ਨੇ ਦੁੱਖ ਆਪਣੇ ਹੋਲਡ ਕੀਤੇ ਹੋਏ ਸੀ। ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਫੋਰਗਿਵ ਕਰ ਦਿਓ, ਉਹਨਾਂ ਨੂੰ ਫੋਰਗਿਵ ਕਰ ਦਿਓ। ਤੋ ਜਿਨ੍ਹਾਂ ਨੇ ਫੋਰਗਿਵ ਕਰ ਦਿੱਤਾ, ਸੋ ਉਹਨਾਂ ਦੀ ਉਹ ਥੋੜ੍ਹਾ ਲੰਬਾ ਟਾਈਮ ਵੀ ਜੀਏ, ਪਲੱਸ ਜਦੋਂ ਉਹਨਾਂ ਦਾ ਸਰੀਰ ਵੀ ਉਹਨਾਂ ਨੇ ਛੱਡਿਆ ਤਾਂ ਉਹ ਇੱਕ ਰਿਲੈਕਸ ਮੋਡ ਦੇ ਵਿੱਚ ਆਪਣਾ ਸਰੀਰ ਉਹਨਾਂ ਨੇ ਛੱਡਿਆ। ਜਿਨ੍ਹਾਂ ਨੇ ਮਾਫ਼ ਨਹੀਂ ਕੀਤਾ ਸੀ, ਬਹੁਤ ਸਾਰੀ ਪੇਨ ਦੇ ਵਿੱਚ ਉਹ ਰਹੇ ਔਰ ਕਸ਼ਟ ਦੇ ਵਿੱਚ ਹੀ ਹੋ ਗਏ ਨੇ। ਇਹ ਕੈਂਸਰ ਵਾਲੇ ਦੇ ਪੇਸ਼ੈਂਟਸ ਦੀ ਮੈਂ ਗੱਲ ਕਰਦੀ, ਬਾਕੀ ਕਿੰਨੇ ਰੋਗਾਂ ਦੇ ਉੱਤੇ ਫਰਕ ਪੈਂਦਾ। ਇਹਨਾਂ ਨੇ ਲੰਬੀਆਂ ਚੌੜੀਆਂ ਲਿਸਟਾਂ ਬਣਾ ਦਿੱਤੀਆਂ ਨੇ ਤੇ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿੰਨੇ ਸਾਲ ਪਹਿਲਾਂ ਸਾਨੂੰ ਦੱਸ ਦਿੱਤਾ, ਰੋਗ ਨਾ ਵਿਆਪੇ ਨਾ ਜਮ ਦੁੱਖ। ਸਤਿਗੁਰਾਂ ਦੇ ਦੇਖੋ ਤਾਂ ਸਾਇੰਸ ਤਾਂ ਅੱਜ ਰਿਸਰਚਸ ਕਰ ਕਰਕੇ ਹਾਲੇ ਤੁਹਾਨੂੰ ਥੋੜਾ ਥੋੜਾ ਦੱਸ ਰਹੀ ਹੈ। ਮਹਾਰਾਜ ਕਹਿੰਦੇ ਫਿਰ ਮੁਕਤ ਭਏ ਪ੍ਰਭ ਰੂਪ ਨਾ ਰੇਖਣ, ਤੂੰ ਮੁਕਤ ਹੋ ਜਾਏਗਾ, ਬੰਧਨਾਂ ਤੋਂ ਮੁਕਤ ਹੋ ਜਾਏਗਾ ਔਰ ਤੂੰ ਉਹਦਾ ਹੀ ਰੂਪ ਬਣ ਜਾਏਗਾ, ਉਸ ਪਰਮਾਤਮਾ ਦਾ ਜਿਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਆਕਾਰ ਨਹੀਂ, ਉਹ ਤੂੰ ਵੀ ਉਹੀ ਬਣ ਜਾਏਗਾ। ਕਰੋਗੇ ਸੰਗਤ ਜੀ ਮਾਫ? ਅੱਜ ਨਾ ਕਰ ਦੇਣਾ ਜਿਹਦੇ ਲਈ ਵੀ ਮਨ ਵਿੱਚ ਹੈ। ਬੇਸ਼ੱਕ ਨਾ ਮਿਲੋ ਵਰਤੋ, ਕੋਈ ਗੱਲ ਨਹੀਂ, ਪਰ ਅੰਦਰੋਂ ਮਾਫ। ਉਹਨਾਂ ਲਈ ਕੋਈ ਅੰਦਰ ਮੈਲ ਨਹੀਂ ਰੱਖਣੀ, ਕੋਈ ਜ਼ਹਿਰ ਨਹੀਂ, ਉਲਟਾ ਭਲਾ ਹੀ ਮੰਗਣਾ ਵੀ ਅਸੀਂ ਗਲਤੀ ਵਿੱਚ ਸੀ, ਜਿਹੜਾ ਤੁਹਾਡੀ ਜ਼ਹਿਰ ਅੰਦਰ ਰੱਖੀ ਫਿਰੇ, ਤੁਹਾਡਾ ਵੀ ਰੱਬ ਭਲਾ ਕਰੇ, ਹੈ ਨਾ। ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਸੁਖੀ ਰਹੋ, ਸਾਡੇ ਹਿਰਦੇ ਵਿੱਚ ਵੀ ਪਰਮਾਤਮਾ ਵਸੇ, ਤੁਹਾਡੇ ਵੀ ਵਸੇ। ਇਹ ਜਦੋਂ ਉਹਨਾਂ ਲਈ ਕੋਈ ਨੈਗੇਟਿਵ ਥੋਟ ਆਵੇ, ਬਸ ਇਹੀ ਕਹਿਣਾ, ਤੁਹਾਡਾ ਵੀ ਭਲਾ ਹੋਵੇ, ਸਾਡੇ ਹਿਰਦੇ ਵਿੱਚ ਵੀ ਵਾਹਿਗੁਰੂ ਵਸੇ, ਤੁਹਾਡੇ ਵੀ ਵਸੇ। ਇਹ ਕਰਕੇ ਦੇਖੋ, ਤੁਸੀਂ ਮੁਕਤ ਹੋਈ ਜਾਓਗੇ। ਜਿਹਦੇ ਨਾਲ ਮੈਲ ਨਾਲ ਫਸੇ ਹੋਏ ਸੀ, ਹਿਰਦੇ ਵਿੱਚ ਵਾਹਿਗੁਰੂ ਜੀ ਦਾ ਵਾਸਾ ਮਹਿਸੂਸ ਹੋਣ ਲੱਗ ਜਾਏਗਾ। ਔਰ ਖੁਦ ਮਾਫੀ ਵੀ ਮੰਗਣੀ ਹੈ ਸੰਗਤ ਜੀ, ਅਸੀਂ ਵੀ ਬੜੀਆਂ ਗਲਤੀਆਂ ਕੀਤੀਆਂ ਨੇ। ਔਰ ਜਿਹੜੇ ਮਾਫ ਨਹੀਂ ਕਰਦੇ ਉਹਨਾਂ ਲਈ ਗੁਰੂ ਮਹਾਰਾਜ ਨੇ ਇੰਨੀ ਤਾੜਨਾ ਕਰ ਦਿੱਤੀ। ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ, ਜਿਨ੍ਹਾਂ ਨੇ ਮਾਫ ਨਹੀਂ ਨਾ ਕੀਤਾ, ਉਹ ਤਾਂ ਮਰ ਖੱਪ ਗਏ ਸੰਸਾਰ ਦੇ ਵਿੱਚ ਹੀ, ਵੈਰ ਵਿੱਚ, ਵਿਰੋਧ ਵਿੱਚ, ਬਦਲਾ ਲੈਣ ਦੀ ਭਾਵਨਾ ਵਿੱਚ। ਪੀੜ੍ਹੀ ਦਰ ਪੀੜ੍ਹੀ ਫਿਰ ਇਹ ਕੰਮ ਚੱਲਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਖਿਮਾ ਵਿਹੂਣੇ ਖੱਪ ਗਏ, ਕੂਹਣ ਲੱਖ ਅਸੰਖ। ਲੱਖਾਂ ਹੀ ਅਸੰਖ ਲੋਕ ਜਿਨ੍ਹਾਂ ਨੇ ਮਾਫ ਨਹੀਂ ਕੀਤਾ, ਉਹ ਮਰ ਖੱਪ ਗਏ। ਗਣਤ ਨਾ ਆਵੇ ਕਿਉਂ ਗਣੀ, ਖੱਪ ਖੱਪ ਮੂਏ ਬਸੰਖ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਲੱਖਾਂ ਸੰਖਾਂ ਕਹਿੰਦੇ ਨੇ,
फिर कहते नहीं गिनती नहीं की जा सकती, बेगिनत लोग जिन्होंने माफ नहीं किया और मर खप गए। सो माफ कर दईए संगत जी असीं। फिर जो नहीं माफ करते किन्ना असीं गंदा गंदा बोलते हैं, चाहे उन्होंने सामने बोल दें चाहे पिठ पिछे वो चुगली निंदिया बुराई करते हैं। गुरु नानक सच्चे पातशाह जी कहते हैं नहीं भाई बके ना बोले महाराज कहते ना बकवास ना करो, बके ना बोले। खिमा तन संग्रह तामस नाम जलाए। महाराज कहते ना बोली जाओ फजूल, की करो तुसी खिमा धन संग्रह, मुआफी का धन इकट्ठा करो। ये नाम धन का हिस्सा है माफ कर देना। तामस नाम जलाए, जिहड़ी अंदर हुण नैगेटिविटी चल रही है वो उन्हें मेरे नाल ओह कीता ओह कीता ओह कीता, इनू किवें कड्ढीए। मारे कहने ये तामस ये मैल जिहड़ी काली मैल है इनू नाम दे विच जला दिओ, वाहिगुरू दी याद दे विच। वाहिगुरू वाहिगुरू जप के मूल मंत्र बाणी पढ़ के फिर कहो असीं तुहानूं कर दित्ता जी माफ, उन्हां नूं छड्डो। ਹੁਣ ਗੁਰੂ ਮਹਾਰਾਜ ਕਹਿੰਦੇ ਜਿਹੜਾ ਮਾਫ ਕਰ ਦਿੰਦਾ ਹੈ, ਚਾਹੇ ਜੋਗੀ ਹੈ ਚਾਹੇ ਗ੍ਰਸਤੀ ਹੈ, ਸੰਨਿਆਸੀ ਉਹ ਤਾਂ ਤਨ ਹੈ ਤਨ ਹੈ ਤਨ ਹੈ। ਤਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ। ਮਾਫ ਕਰਕੇ ਜਿਹੜਾ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਉਹ ਤਾਂ ਮਹਾਰਾਜ ਕਹਿੰਦੇ ਤਨ ਹੈ ਤਨ ਹੈ ਤਨ ਹੈ। ਤਨ ਹੋਣਾ ਹੈ ਸੰਗਤ ਜੀ, ਹੈ ਕਰ ਦਈਏ ਫਿਰ ਅਸੀਂ ਮਾਫ। ਮਾਫੀ ਮੰਗ ਵੀ ਲੈਣੀ ਆ, ਮਿੰਟ ਨਾ ਲਾਇਆ ਕਰੋ ਜਿੱਥੇ ਗਲਤੀ ਹੋ ਜਾਵੇ ਨਾ, ਘਰਾਂ 'ਚ ਹੀ ਸਾਡੇ ਇੱਕ ਦੂਸਰੇ ਕੋਲ ਹੋ ਜਾਂਦੀ ਜਾਂ ਰਿਸ਼ਤੇਦਾਰਾਂ 'ਚ ਕਿਤੇ, ਉਸੇ ਵੇਲੇ ਸੌਰੀ ਕਰ ਦਿਆ ਕਰੋ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਆਂ ਸਭ ਤੇ ਉੱਚਾ, ਉਹ ਉਹੀ ਉਹਨੂੰ ਉੱਚਾ ਮਤਲਬ ਪਰਮਾਤਮਾ ਦੇ ਚਰਨਾਂ ਵਿੱਚ ਹੀ ਉਹ ਪਹੁੰਚ ਜਾਏਗਾ। ਅਗਰ ਮਾਫੀ ਮੰਗ ਕੇ ਮਾਫ ਕਰਕੇ ਸਾਡਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੋਵੇ, ਇਸ ਤੋਂ ਵਧੀਆ ਸੌਦਾ ਹੋਰ ਕੀ ਹੋ ਸਕਦਾ ਹੈ ਸੰਗਤ। ਸੋ ਹੋਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਉਠੋ, ਘਰ ਦੇ ਮੈਂਬਰ ਨਾ ਇੱਕ ਦੂਸਰੇ ਵੱਲ ਨੂੰ ਗਰਦਨਾਂ ਕਰਕੇ ਦੇਖਣ ਲੱਗ ਗਏ, ਤੂੰ ਨਹੀਂ ਉੱਠਦਾ ਮੈਂ ਉੱਠਦੀ ਹਾਂ। ਬਹੁਤ ਅੱਛੀ ਗੱਲ, ਜਿਹੜੇ ਉੱਠਦੇ ਨੇ ਉਹਨਾਂ ਲਈ ਗੁਰੂ ਮਹਾਰਾਜ ਜੀ ਕੀ ਕਹਿੰਦੇ ਨੇ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਉਹਨਾਂ ਨੂੰ ਕਿੰਨੇ ਫਲ ਮਿਲਦੇ ਨੇ। ਮਹਾਰਾਜ ਕਹਿੰਦੇ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਲੇ, ਖੇਮੇ ਛਤਰ ਸਰਾਏ ਚ ਦਿਸਨ ਰਤ ਪੀੜੇ, ਜਿਨੀ ਤੇਰਾ ਨਾਮ ਤੇ ਆਇਆ ਤੈਨੂੰ ਕੋ ਸਦ ਮਿਲੀ। ਇਹ ਵਾਹਿਗੁਰੂ ਜੀ ਪਿਛਲੀ ਰਾਤ ਮਤਲਬ ਅੰਮ੍ਰਿਤ ਵੇਲੇ ਜਿਨ੍ਹਾਂ ਨੂੰ ਸੁਨੇਹੇ ਪਹੁੰਚਦੇ ਨੇ, ਉੱਠੋ ਭਾਈ ਪਰਮਾਤਮਾ ਦਾ ਨਾਮ ਜਪੋ। ਮਿਲਦਾ ਉਹਨਾਂ ਨੂੰ ਫਿਰ ਕੀ ਹੈ, ਖੇਮੇ ਛਤਰ ਸਰਾਏ 'ਚ ਦਿਸਣ ਰਤ ਪੀੜੇ। ਉਹਨਾਂ ਨੂੰ ਕੀਮਤੀ ਰੱਥ ਘੋੜੇ ਅਸਵਾਰੀਆਂ ਛਤਰ ਸਿੰਘਾਸਨ ਪਰਮਾਤਮਾ ਉਹਨਾਂ ਲਈ ਖਾਲੀ ਕਰ ਦਿੰਦਾ, ਮਤਲਬ ਲਗਜ਼ਰੀ ਲਾਈਫ, ਸਾਰੀ ਸੁੱਖ ਸੁਵਿਧਾ। ਜਿਨੀ ਤੇਰਾ ਨਾਮ ਤੇ ਆਇਆ ਤੈਨੂੰ ਕੋ ਸਦ ਮਿਲੀ। ਇਹ ਵਾਹਿਗੁਰੂ ਜੀ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਜਿਹੜਾ ਵੀ ਤੁਹਾਡਾ ਨਾਮ ਧਿਆਉਂਦੇ ਨੇ ਉਹਨਾਂ ਨੂੰ ਤੁਸੀਂ ਖੁਦ ਹੀ ਮਿਲ ਲੈਂਦੇ ਹੋ। ਸੋ ਲੋਕ ਦੇ ਸੁੱਖ ਵੀ ਵਾਹਿਗੁਰੂ ਜੀ ਵੀ ਮਿਲ ਲੈਂਦੇ ਨੇ ਸਾਨੂੰ। ਮਾਰੇ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਜਦੋਂ ਨਾਮ ਜਪਦੇ ਹਾਂ, ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਦੇ ਹਾਂ, ਤਾਂ ਨਦਰ ਪੈਂਦੀ ਹੈ ਸਾਡੇ ਤੇ, ਮੁਕਤੀ ਦਾ ਦਰਵਾਜ਼ਾ ਹੀ ਖੁੱਲ ਜਾਂਦਾ ਹੈ। ਸੰਗਤ ਜੀ ਜਿਸ ਦੇ ਪਾਸ ਅੰਮ੍ਰਿਤ ਵੇਲਾ ਹੈ, ਇਹਨੂੰ ਸੁਣ ਲਓ ਅੱਛੀ ਤਰ੍ਹਾਂ, ਔਰ ਜਿਸ ਦੀਆਂ ਸਾਤਵਿਕ ਬਿਰਤੀਆਂ ਨੇ, ਜਿਸ ਦੇ ਪਾਸ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਬੰਦਗੀ ਜਿਹੜਾ ਕਰਦਾ ਹੈ, ਜਿਸ ਦੀਆਂ ਸਾਤਵਿਕ ਬਿਰਤੀਆਂ ਨੇ, ਉਹ ਕੋਈ ਸਧਾਰਨ ਨਹੀਂ ਹੈ। ਬੇਸ਼ੱਕ ਉਸਦੇ ਪਾਸ ਪੈਸਾ ਵੀ ਨਹੀਂ, ਬੇਸ਼ੱਕ ਉਸਦਾ ਕੋਈ ਸਟੇਟਸ ਵੀ ਨਹੀਂ, ਸਰਕਾਰੇ ਦੁਆਰੇ ਵੀ ਉਹਦੀ ਕੋਈ ਬਾਤ ਨਹੀਂ ਪੁੱਛਦਾ, ਪਰ ਨਹੀਂ, ਇਹ ਜਿਹੜੀਆਂ ਗੈਬੀ ਸ਼ਕਤੀਆਂ ਨੇ ਨਾ, ਉਸਦੇ ਨਾਲ ਸਹਾਈ ਹੁੰਦੀਆਂ ਨੇ। ਅਗਰ ਤੁਸੀਂ ਉੱਠ ਰਹੇ ਹੋ ਅੰਮ੍ਰਿਤ ਵੇਲੇ, ਬਿਰਤੀਆਂ ਸਾਤਵਿਕ ਨੇ, ਬਸ ਸਮਝ ਲਓ ਬੜੀ ਕਿਰਪਾ ਤੁਹਾਡੇ ਉੱਤੇ ਵਰਸ ਰਹੀ ਹੈ। ਪ੍ਰਕਿਰਤੀ ਦੇ ਅਸੂਲ ਨੇ ਨਾ, ਜਦੋਂ ਨਾਲ ਚੱਲਦੇ ਹੋ ਤਾਂ ਬਹੁਤ ਨਾਲ ਨਾਲ ਇਹ ਚੱਲਦੀਆਂ ਨੇ ਸ਼ਕਤੀਆਂ ਨਾਲ। ਅੰਮ੍ਰਿਤ ਵੇਲੇ ਜ਼ਰੂਰ ਉੱਠੋ, ਇਹਦੇ ਤੇ ਬੜੀਆਂ ਰਿਸਰਚਸ ਹੋ ਗਈਆਂ ਨੇ। ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਮੈਡੀਟੇਸ਼ਨ ਕਰਦੇ ਨੇ ਉਹਨਾਂ ਦੇ ਬੋਡੀ ਐਂਡ ਮਾਈਂਡ ਰੋਗ ਠੀਕ ਹੋ ਰਹੇ ਨੇ। ਯੂਨੀਵਰਸਿਟੀ ਆਫ ਐਰੀਜ਼ੋਨਾ ਵਾਲਿਆਂ ਨੇ ਕਿਹਾ ਵੀ ਅੰਮ੍ਰਿਤ ਵੇਲੇ 20 ਮਿੰਟਸ ਦੀ ਮੈਡੀਟੇਸ਼ਨ ਲੇਕਿਨ ਹੋਵੇ ਐਨ ਇਕਾਗਰ, ਤਾਂ ਸਾਡੇ ਹਾਈਪੋਥੈਲਮਸ, ਸਾਡੇ ਪਿਚਟਰੀ, ਸਾਡੇ ਪੀਨੀਅਲ ਗਲੈਂਡ ਦੇ ਵਿੱਚੋਂ ਇਹੋ ਜਿਹੇ 18 ਕੈਮੀਕਲਸ ਨਿਕਲਦੇ ਨੇ
ਜਿਹੜੇ ਸਾਡੇ ਬੋਡੀ ਐਂਡ ਮਾਈਂਡ ਨੂੰ ਫਿੱਟ ਰੱਖਣ ਦੇ ਲਈ ਕਾਫੀ ਨੇ। ਲੇਕਿਨ ਹੋਵੇ ਉਹ ਇਕਾਗਰ, ਸਾਵਧਾਨ ਇਕਾਗਰ ਚਿੱਤ ਹੋ ਕੇ। ਸੋ ਹੁਣ ਜਦੋਂ ਵੀ ਅੰਮ੍ਰਿਤ ਵੇਲੇ ਉੱਠਣਾ, ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਮਨ ਨੂੰ ਪਕੜ ਕੇ ਲੈ ਕੇ ਆਉਣਾ, ਇਕਾਗਰਤਾ ਵਿੱਚ ਲੈ ਕੇ ਆਉਣਾ। ਜਦੋਂ ਇਕਾਗਰ ਹੋਣ ਲੱਗ ਗਿਆ, ਰਸ ਵੀ ਉਦੋਂ ਹੀ ਆਉਣਾ ਹੈ। ਸਾਡੀਆਂ ਮੈਲਾਂ ਵੀ ਉਦੋਂ ਹੀ ਧੋਤੀਆਂ ਜਾਣੀਆਂ ਨੇ। ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਸੰਗਤ ਜੀ, ਬੇਅੰਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੇ ਸਾਡੇ ਲਈ। ਅਗਲੇ ਹਫ਼ਤੇ ਅਸੀਂ ਹੋਰ ਵਿਚਾਰਾਂ ਕਰਾਂਗੇ, ਹੋਰ ਦਰਸ਼ਨ ਕਰਾਂਗੇ। ਤੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਵੀ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਜੀ ਸੰਗਤਾਂ ਆਪ ਜੀ ਦੀਆਂ ਅਸੀਸਾਂ ਲੈਣ ਦੇ ਲਈ ਸੰਗਤੀ ਰੂਪ ਵਿੱਚ ਜੁੜਦੀਆਂ ਨੇ। ਸਾਰੀਆਂ ਸੰਗਤਾਂ ਦੇ ਸੀਸ ਉੱਤੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਰੂਪ ਜੀਵਨ ਬਖਸ਼ੋ ਸਾਰੀ ਸੰਗਤ ਨੂੰ, ਤਾਂ ਕਿ ਸਾਡਾ ਸਭ ਦਾ ਕਲਿਆਣ ਹੋਵੇ ਦਾਤਾ ਜੀ। ਤੋ ਸਾਡਾ ਵੀ ਜੀਵਨ ਹੋ ਜਾਵੇ, ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਸੰਗਤ ਜੀ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ ਜੀ ਦਿਲ ਦੀਆਂ ਗਹਿਰਾਈਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।